श्री भगवती जी सहाय। वाल श्री भगवती जी की पातशाही दसवीं। प्रथम भगवती सिमर कै गुरु नानक लई ध्याए। चंडी दी वार दी पहली पौड़ी है जिहड़ी असीं अरदास करते हैं। अरदास विच इह पौड़ी इस भुलेखे नाल ला ली, जान बुझ के भुलेखा पा लिया साधा ने या होर लोकां ने कि शायद गुरुआं दी पूजा दी गल है। ये गल बिल्कुल नहीं। इस बार दीयां 40 पौड़ियां ने। 40 ਦੀਆਂ 40 पौड़ियां दे अखीरला जिहड़ी पंक्ति है वो है दुर्गा पाठ बनाया सभे पौड़ियां। ਇਹਦਾ मतलब ਇਹ ਵੀ पौड़ी है। ਇਹਦੇ ਤੇ ਪਹਿਲਾਂ पौड़ी लिखिया ਹੁੰਦਾ ਸੀ। 1966 ਤੋਂ ਬਾਅਦ ਕੱਟਿਆ ਇਹਨਾਂ ਨੇ। रौला पै गया सी 66 ਦੇ ਵਿੱਚ ਜਿਹੜੀ ਆ ਅਰਦਾਸ ਕਰਦੇ ਹੋ ਇਹ ਚੱਡੀ ਦੀ ਵਾਰ ਹੈ। ਤੁਸੀਂ ਗਲਤ ਅਰਦਾਸ ਕਰਦੇ ਹੋ ਅਕਾਲ ਤਖਤ ਇਹ ਇੱਥੇ ਹਰਮੰਦਰ ਸਾਹਿਬ 'ਚ। ਤੁਸੀਂ ਜਿਹੜਾ ਕਹਿੰਦੇ ਗੁਰੂ ਨਾਨਕ ਲਈ ਤੇ ਆਏ ਗਲਤ ਹੈ। ਲਈ ਤੇ ਆਏ ਹੈ ਗੁਰੂ ਨਾਨਕ ਲਈ ਤੇ ਆਏ ਜੇ ਪੜੋਗੇ ਇਹਦਾ ਮਤਲਬ ਇਹ ਹੋ ਜਾਊਗਾ ਕਿ ਗੁਰੂ ਨਾਨਕ ਨੂੰ ਤੇ ਹੋਣਾ ਜਿਹੜਾ ਕਿ ਗੁਰਮਤਿ ਖਿਲਾਫ ਹੈ ਗੱਲ। ਇਹ ਗੁਰਮਤਿ ਨੂੰ ਐਸ ਅਰਦਾਸ ਤੋਂ ਇਹਨਾਂ ਨੇ ਸਾਰਾ ਪੁੱਠਾ ਸੌਦਾ ਫੇਰਤਾ। ਗੁਰੂਆਂ ਦੀ ਪੂਜਾ ਦੀ ਗੱਲ ਇੱਥੋਂ ਸ਼ੁਰੂ ਕਰੀਏ। ਹਾਲਾਂਕਿ ਬਣਦੇ ਨਹੀਂ ਅਰਥ। ਹੁਣ ਅਰਥ ਵਿਚਾਰਾਂਗੇ ਇਹਨਾਂ ਦੇ। ਬੜੇ ਨਹੀਂ ਅਰਥ। ਅਰਥ ਕੁਝ ਹੋਰ ਨੇ, ਜਾਣ ਬੁੱਝ ਕੇ ਕੀਤੇ ਨੇ। ਜਿਹਨਾਂ ਲੋਕਾਂ ਨੇ ਧਰਮ ਨੂੰ ਪੁੱਠੇ ਰਾਹ ਪਾਉਣਾ ਸੀ ਉਹਨਾਂ ਨੇ ਕੀਤੇ ਨੇ। ਬਾਅਦ ਦੇ ਵਿੱਚ ਇਵੇਂ ਹੀ ਹੋਈ ਜਾਂਦੇ ਨੇ। 2 ਚੰਡੀ ਚਰਿੱਤਰ ਲਿਖੇ ਨੇ ਪਹਿਲਾਂ 10 ਗ੍ਰੰਥ ਵਿੱਚ। 2 ਚੰਡੀ ਚਰਿੱਤਰ ਬਲਕਿ 3 ਨੇ। 2 ਚੰਡੀ ਚਰਿੱਤਰ ਤਾਂ ਉਹਨਾਂ ਨੇ ਲਿਖੇ ਨੇ ਬਿਲਕੁਲ ਨਕਲ। ਭਗਵਤ ਪੁਰਾਣ ਦੀ ਯਾਰ ਮਾਰਕੰਡੇ ਪੁਰਾਣ ਜਿਹੜੇ ਇਹਨਾਂ ਦੇ ਲਿਖੇ ਸੀ ਉੱਥੇ ਉਹਨਾਂ ਦਾ ਨਾਂ ਚੰਡੀ ਚਰਿੱਤਰ ਨਹੀਂ ਹੈਗਾ। ਉਹਨਾਂ ਗ੍ਰੰਥਾਂ 'ਚ ਇਹਨਾਂ ਦਾ ਨਾਂ ਚੰਡੀ ਚਰਿੱਤਰ ਨਹੀਂ ਹੈ। ਉੱਥੇ ਇਹਨਾਂ ਦਾ ਨਾਂ ਚੰਡੀ ਚਰਿੱਤਰ ਕਹਿੰਦੇ ਜ਼ਰੂਰ ਸੀ ਪਰ ਲਿਖਿਆ ਹੋਇਆ ਨਹੀਂ ਹੈ। ਇਹਨਾਂ ਦਾ ਨਾਮ ਉੱਥੇ ਦੁਰਗਾ ਸਪਤਸਤੀ ਹੈ। ਦੁਰਗਾ ਸਪਤਸਤੀ ਦਾ ਮਤਲਬ 707 ਸ਼ਲੋਕ ਨੇ ਉਹਦੇ। ਦੁਰਗਾ ਸਪਤਸਤੀ ਦਾ ਪਾਠ ਕਰਦੇ ਨੇ ਉਹਨਾਂ ਗ੍ਰੰਥਾਂ ਚੋਂ ਲੈ ਕੇ ਅਲੱਥਾ ਕਰਕੇ ਸਵਈਏ ਲਿਖੇ ਨੇ। ਸਵਈਆਂ 'ਚ ਕੁਝ ਦੋਹਰੇ ਵੀ ਨੇ, ਸੋਠੇ ਵੀ ਨੇ। ਆਪਣੀ ਕਵਿਤਾ ਦੇ ਵਿੱਚ ਆਪਣੇ ਮਤਲਬ ਹੈ ਨਵੇਂ ਉਹਨਾਂ ਨੂੰ ਦੇ ਕੇ ਉਪਮਾ ਨਵੀਂ ਦੇ ਕੇ ਨਵੇਂ ਤਰੀਕੇ ਨਾਲ ਲਿਖੇ ਨੇ। ਸਾਬਤ ਕੀ ਹੁੰਦਾ ਉਹਦੇ ਵਿੱਚ? ਸਾਬਤ ਇਹ ਹੁੰਦਾ ਲੜਾਈ ਆ ਗੁਣਾਂ ਔਰ ਔਗਣਾਂ ਦੀ। ਸੰਸਾਰ ਦੀ ਲੜਾਈ ਗੁਣਾਂ ਔਗਣਾਂ ਦੀ। ਗੁਰਬਾਣੀ 'ਚ ਵੀ ਕਈ ਜਗ੍ਹਾ ਗੁਣਾਂ ਔਗਣਾਂ ਦੀ ਲੜਾਈ ਦੀ ਗੱਲ ਆਉਂਦੀ ਹੈ। ਗੁਣਾਂ ਔਗਣਾਂ ਦੀ ਉਹ ਗੱਲ ਆਉਂਦੀ ਹੈ ਗੁਰਬਾਣੀ 'ਚ ਵੀ। ਜੇ ਲੜਾਈ ਆ ਗੁਣਾਂ ਦੀ ਔਰ ਔਗਣਾਂ ਦੀ। ਲੋਭ ਅਪਮਾਨ ਸੇ ਝਾੜਿਓ ਉੱਥੇ ਕੁਬੁੱਧ ਕਮਾਨ ਚੜਾਈ ਕਬੀਰ ਕਹਿੰਦਾ। ਜੇ ਤੇ ਕਬੀਰ ਕਿਲੇ ਦੀ ਗੱਲ ਕਰਦਾ ਉੱਥੇ ਵੀ ਗੁਣਾਂ ਔਗਣਾਂ ਦੀ ਲੜਾਈ ਹੈ। 5 25 ਮਹਾ ਮਦ ਮਤਸਰ ਆਡੀ ਪਰਵਨ ਮਾਇਆ। ਉਹ ਸਭ ਗੁਣ ਇੱਕ ਪਾਸੇ ਔਗਣ ਨੇ ਇੱਕ ਪਾਸੇ ਗੁਣ ਨੇ। ਮਨ ਦੀ ਫੌਜ ਔਗਣਾਂ ਦੀ ਹੈ, ਚਿੱਤ ਦੀ ਫੌਜ ਗੁਣਾਂ ਦੀ ਹੈ। ਚਿੱਤ ਦੇਵਤਾ ਅੰਦਰ ਦੇਵ ਹੈ, ਅੰਤਰ ਦੇਵ ਨਾ ਜਾਣੇ ਅੰਧ। ਇਹ ਮਨ ਅੰਨਾ ਹੈ, ਇਹ ਨਹੀਂ ਜਾਣਦਾ ਇਸ ਗੱਲ ਨੂੰ। ਮਨ ਉਹ ਕਰਨਾ ਨਹੀਂ ਜਾਣਦਾ ਇਸ ਗੱਲ ਨੂੰ। ਮਨ ਚਿੱਤ ਦੇ ਵਿੱਚ ਲੜਾਈ ਹੈ। ਉਹ ਗੁਣਹਾਰ ਹੈ, ਉਹ ਗੁਣਵੰਤ ਹੈ। ਦੋਹਾਂ ਦੀ ਬਣਦੀ ਨਹੀਂ। ਇਹ ਵੀ ਗੁਣਾਂ ਔਗਣਾਂ ਦੀ ਲੜਾਈ ਹੈ। ਇਹ ਲੜਾਈ ਕੀ ਹੈ? 2 ਚੰਡੀ ਚਰਿੱਤਰ ਨੇ। ਮਾਰਕੰਡੇ ਪੁਰਾਣ 'ਚ ਇੱਕ ਭਗਤ ਪੁਰਾਣ 'ਚ ਦੋਏ ਲਿਖੇ ਨੇ। ਦੋਹਾਂ ਦੇ ਨਾਮ ਵੀ ਦਿੱਤੇ ਨੇ। ਤੀਜੀ ਉਹਨਾਂ ਨੇ ਚੰਡੀ ਦੀ ਵਾਰ ਲਿਖੀ ਹੈ ਜਾਣ ਕੇ, ਕਿਉਂਕਿ ਉਹਨੇ ਚੰਡੀ ਚਰਿੱਤਰਾਂ 'ਚ ਗੁਰਮਤਿ ਦੇ ਖਿਲਾਫ ਹੈ ਕੁਛ ਲਿਖਿਆ ਹੋਇਆ ਸ਼ੁਰੂ 'ਚ।
ਸ੍ਰਿਸ਼ਟੀ ਕਿਵੇਂ ਪੈਦਾ ਹੋਈ ਇਹ ਗੱਲ ਗਲਤ ਹੈ ਉੱਥੇ ਲਿਖੀ ਹੋਈ। ਸ੍ਰਿਸ਼ਟੀ ਦੀ ਰਚਨਾ ਬਾਰੇ ਕੁਝ ਲਿਖਿਆ ਹੈ ਦੋਹਾਂ ਦੇ ਵਿੱਚ, ਚੰਡੀ ਤੇ ਚੇਤਨ ਦੇ ਵਿੱਚ ਮੂਰੇ ਮੁੱਢ ਚ, ਉਹ ਗੁਰਮਤਿ ਅਨੁਸਾਰ ਨਹੀਂ ਹੈ। ਚੰਡੀ ਦੀ ਵਾਰ ਚ ਉਹ ਸੋਚਤਾ ਇਹਨਾਂ ਨੇ, ਉੱਥੇ ਉਵੇਂ ਲਿਖਤਾ ਜਿਵੇਂ ਉਹਨਾਂ ਨੇ ਲਿਖਿਆ, ਉੱਥੇ ਤਾਂ ਉਵੇਂ ਲਿਖਤਾ। ਚੰਡੀ ਦੀ ਵਾਰ ਮਹਿਜ਼ ਇਸ ਕਰਕੇ ਲਿਖੀ ਹੈ ਉਨੀ ਗੱਲ ਸੋਧਣ ਵਾਸਤੇ, ਬਾਕੀ ਗੱਲ ਹੋਈ ਹੈ ਸਾਰੀ। ਗੁਣਾ ਦੀ ਲੜਾਈ ਉਵੇਂ ਹੀ ਹੈ, ਉਹ ਚ ਨਹੀਂ ਫਰਕ ਪਾਇਆ। ਫਰਕ ਤੇ ਪਾਇਆ ਸ੍ਰਿਸ਼ਟੀ ਰਚਨਾ ਵਾਲੀ ਗੱਲ ਜਿਹੜੀ ਉਹ ਗੁਰਮਤਿ ਅਨੁਸਾਰ ਕਰਦੀ। ਉੱਥੇ ਉਹਨਾਂ ਦੇ ਕੀ ਹੈ, ਉੱਥੇ ਉਹਨਾਂ ਦੇ ਇੱਕ ਸਰਬਣ ਤੇ ਮੈਂ ਹਰ ਸੋਏ ਰਹੇ ਸੱਜ ਸੈਨ ਤਹਾਂ ਜਲ ਜਾਲ ਕਰਾਲ ਬਿਕਰਾਲ ਤਹਾਂ ਪਿਓ ਨਾਭ ਕਮਲ ਤੇ ਵਿਸ ਕਰਤਾ ਸੁਰਤ ਮੈਲ ਤੇ ਰਹਿ ਤੈਂ ਤੇ ਰਚੇ ਜੁਗਤਾ। ਜਿਵੇਂ ਕਹਿੰਦੇ ਵਿਸ਼ਨੂੰ ਪਿਆ ਖੀਰ ਸਾਗਰ ਦੇ ਵਿੱਚ, ਉਹਦੇ ਨਾਭ ਵੀ ਜੋ ਕਮਲ ਪੈਦਾ ਹੋਇਆ, ਉੱਥੇ ਬ੍ਰਹਮਾ ਪੈਦਾ ਹੋਇਆ ਉਹਦੇ ਕਮਲ ਦੇ ਵਿੱਚ। ਉਹ ਨਾਭ ਕਮਲ ਤੇ ਵਿਸ਼ੂ ਕਰਤਾ ਬ੍ਰਹਮਾ। ਸੁਰਤ ਮੈਲ ਤੇ ਰਹਿ ਦੈਂਤ ਰਚੇ ਜੁਗਤਾ। ਉਹ ਜਿਹੜੀ ਸੁਰਤ ਕੰਨ ਦੀ ਮੈਲ, ਉੱਥੇ ਕੰਨ ਕਹਿ ਦਿੱਤਾ, ਕੰਨ ਦੀ ਮੈਲ ਨਹੀਂ ਹੈ, ਸੁਰਤ ਮੈਲ ਹੈ ਜੋ ਸਰਵਣ ਕੀਤਾ ਉਹ ਚ ਮੈਲ ਹੈ। ਅਸੀਂ ਬਾਣੀ ਸੁਣੀ ਕੁਛ ਅਰਥ ਕੁਛ ਲਾ ਲੇ, ਸੁਣਿਆ ਕੁਛ ਅਰਥ ਕੁਛ ਲਾ ਲੇ। ਉਹ ਬਾਣੀ ਗੁਰਬਾਣੀ ਕੁਛ ਕਹਿੰਦੀ ਹੈ, ਸਿੱਖ ਕੁਛ ਕਰਦੇ ਨੇ। ਇਹ ਸੁਰਤ ਮੈਲ ਹੈ, ਸੁਣਨ ਵਿੱਚ ਮਨੀਤ ਹੈ। ਗੱਲ ਕੁਛ ਕਹੀ ਸੀ, ਅਰਥ ਕੁਛ ਲਾ ਲੇ। ਕੰਨ ਦੀ ਮੈਲ ਚੋਂ ਸ੍ਰਿਸ਼ਟੀ ਕਿਵੇਂ ਪੈਦਾ ਹੋ ਜੂਗੀ? ਮਨ ਕਿਵੇਂ ਪੈਦਾ, ਮਨਮੁਖ ਕਿਵੇਂ ਹੋ ਗਏ ਸਿੱਖ? ਗੁਰਬਾਣੀ ਨੇ ਕੁਛ ਕਿਹਾ, ਸੁਣ ਲਿਆ ਕੁਛ, ਅਰਥ ਕੁਛ ਲਾ ਲੇ। ਇਹ ਸੁਰਤ ਮੈਲ ਹੈ, ਕਿਹਾ ਕੁਛ ਸੀ, ਸਮਝ ਕੁਛ ਲਿਆ। ਸੁਰਤ ਮੈਲ ਤੇ ਤੈਂ ਤੇ ਰਚੇ ਜੁਗਤਾ, ਤੈਂ ਤੇ ਰਚਿਆ ਗਿਆ, ਮਨਮੁਖ ਹੋ ਗਏ ਸਿੱਖ। ਆਹ ਮਨਮੁਖਤਾ ਦੀ ਨਿਸ਼ਾਨੀ ਹੋਈਆਂ। ਆਹ ਜਿਹੜੀ ਹੈ ਨਾ ਚੰਡੀ ਦੀ ਵਾਰ, ਇਹ ਸੁਰਤ ਮੈਲ ਤੇ ਹੀ ਹੋਇਆ ਹੋਇਆ ਸਭ ਕੁਛ। ਜਿਹੜਾ ਗੁਰੂ ਨਾਨਕ ਲਈ ਤੇ ਆਏ ਆ, ਇਹ ਸੁਰਤ ਮੈਲ ਹੈ। ਕਿਹਾ ਸੀ ਕੁਛ, ਸੁਣਿਆ ਸੀ ਕੁਛ, ਅਰਥ ਕੁਛ ਲਾ ਲੇ। ਹੁਣ ਉਹਨੂੰ ਚਿੰਬੜ ਗਏ, ਉਹਨਾਂ ਅਰਥਾਂ ਨੂੰ ਨਹੀਂ ਛੱਡਦੇ। ਫੇਰ ਕੀ ਹੁੰਦਾ ਇਹ ਰਾਖਸ਼ ਬਣ ਗਏ। ਹੁਣ ਇਹ ਜਿਹੜੇ ਇਸ ਗੱਲ ਨੂੰ ਚਿੰਬੜ ਗਏ ਨਾ ਗੁਰਮਤਿ ਦੇ ਖਿਲਾਫ ਨੂੰ, ਉਹੀ ਰਾਖਸ਼ ਨੇ। ਦੂਏ ਪਾਸੇ ਦੇਵਤੇ ਨੇ। ਦੇਵਤੇ ਕੌਣ ਨੇ? ਪੂਰਾ ਗਿਆਨ ਹੈ ਨਹੀਂ, ਪਰ ਉਹ ਕਹਿੰਦੇ ਨੇ ਵੀ ਭਾਈ ਗੱਲ ਇਹ ਹੈ। ਗੁਰੂ ਨਾਨਕ ਦੇ ਕੁਛ ਆਦਮੀਆਂ ਦੇ ਸਵਾਲ ਨੇ ਵੀ ਕੀ ਭੱਟਾਂ ਦੀ ਸਵਈਏ ਇਹਦੇ ਵਿੱਚ ਵਿਅਕਤੀ ਪੂਜਾ, ਜਦ ਕਿ ਗੁਰਬਾਣੀ 'ਚ ਵਿਅਕਤੀ ਪੂਜਾ ਹੈ ਨਹੀਂ। ਉਹਨਾਂ ਕੋਲ ਸਵਾਲ ਹੈਗਾ, ਜਵਾਬ ਹੈ ਨਹੀਂ। ਸਵਾਲ ਤਾਂ ਹੈਗਾ ਵੀ ਵਿਅਕਤੀ ਪੂਜਾ ਨਹੀਂ ਹੋ ਸਕਦੀ ਗੁਰਬਾਣੀ 'ਚ ਕਿਤੇ ਵੀ। ਵਿਅਕਤੀ ਪੂਜਾ ਦੀ ਇਜਾਜ਼ਤ ਗੁਰਬਾਣੀ ਨਹੀਂ ਦੇ ਸਕਦੀ ਕਿਤੇ ਵੀ। ਇਹ ਤਾਂ ਉਹਨਾਂ ਨੂੰ ਤਸੱਲੀ ਹੈ, ਪਰ ਇਹਦਾ ਜਵਾਬ ਹੈ ਨਹੀਂ ਉਹਨਾਂ ਕੋਲ। ਦੇਵਤਾ ਉਹਨੂੰ ਕਹਿੰਦੇ ਨੇ, ਉਹਦੇ ਕੋਲ ਸਵਾਲ ਹੈਗਾ, ਜਵਾਬ ਹੈ ਨਹੀਂ। ਕਿਹੜਾ ਸਵਾਲ ਹੈ? ਸਵਾਲ ਪੈਦਾ ਕਿਤੋਂ? ਸਵਾਲ ਪੈਦਾ ਹੋਇਆ ਮਨਮੁਖਾਂ ਦੇ ਮਨੋਤ ਤੋਂ, ਜਿਹੜੇ ਕਹਿੰਦੇ ਨੇ ਆਪ ਨਾਰਾਇਣ ਕਲਾ ਧਾਰ ਜਗ ਮੇ ਪਰਵਰਿਆ, ਗੁਰੂ ਨਾਨਕ ਪਰਵਰਿਆ। ਉਹ ਮੂਰਖ ਨੇ ਸਾਰੇ, ਉਹ ਰਾਖਸ਼ ਨੇ। ਉਹਨਾਂ ਦੇ ਨਾਲ ਲੜਾਈ ਹੈ ਦੇਵਤਿਆਂ ਦੀ। ਮਤਭੇਦ ਹੈ। ਲੜਾਈ ਕੀ ਹੈ? ਮਤਭੇਦ ਹੈ। ਲੜਾਈ ਨਹੀਂ, ਮਤਭੇਦ ਹੈ। ਬਾਕ ਯੁੱਧ ਚੱਲਦੇ ਰਹਿੰਦੇ ਨੇ। ਹੁਣ ਇਹ ਗੱਲ ਜਿਹੜੀ ਬਾਕ ਯੁੱਧ ਹੁਣ ਵੀ ਚੱਲਦੇ ਨੇ, ਜਿਵੇਂ 10 ਗ੍ਰੰਥ ਨੂੰ ਕੁਛ ਲੋਕ ਕਹਿੰਦੇ ਨੇ ਠੀਕ ਹੈ, ਕੁਛ ਕਹਿੰਦੇ ਨੇ ਠੀਕ ਨਹੀਂ ਹੈ। ਉਹ ਦੇਵਤੇ ਕਹਿੰਦੇ ਨੇ ਠੀਕ ਹੈ, ਪਰ ਉਹਨਾਂ ਕੋਲ ਸੈਟਿਸਫੈਕਸ਼ਨ ਵਾਲੀ ਗੱਲ ਹੈ ਨਹੀਂ। ਉਹ ਦੇਵਤੇ ਨੇ ਸ਼ਰਧਾ ਭਾਵਨਾ ਹੈ, ਸ਼ਰਧਾ ਤਾਂ ਹੈ, ਕਲੀਅਰ ਨਹੀਂ ਹਨ ਉਹ ਦੇਵਤੇ ਨੇ। ਦੂਜੇ ਜਿਹੜੇ ਨੇ ਉਹਨਾਂ ਕੋਲ ਗਿਆਨ ਵੀ ਨਹੀਂ ਹੈ, ਪ੍ਰੂਫ ਨਹੀਂ ਕਰ ਸਕਦੇ ਵੀ ਦਸਮ ਪਾਤਸ਼ਾਹ ਦੀ ਬਾਣੀ ਨਹੀਂ। ਕਿਉਂਕਿ ਦੂਏ ਪ੍ਰੂਫ ਨਹੀਂ ਕਰ ਸਕਦੇ, ਉਹਨਾਂ ਦੀ ਤਸੱਲੀ ਨਹੀਂ ਕਰਾ ਸਕਦੇ ਵੀ ਉਹਨਾਂ ਦੀ ਬਾਣੀ ਹੈ। ਜੇ ਹੈ ਤਾਂ ਕਿਵੇਂ ਹੈ? ਇਸ ਕਰਕੇ ਮਸਤ ਗਏ ਉਹ। ਇਹਨਾਂ ਦੀ ਲੜਾਈ ਦੇ ਵਿੱਚ ਕੋਈ ਨਿਰਣਾ ਨਹੀਂ ਹੁੰਦਾ। ਇਹ ਵਿਦਵਾਨ ਨੇ, ਦੋਵੇਂ ਤਰ੍ਹਾਂ ਵਿਦਵਾਨ ਨੇ। ਕੋਈ ਨਿਰਣਾ ਨਹੀਂ ਹੁੰਦਾ ਜਿੰਨਾ ਚਿਰ ਕੋਈ 150 ਸਾਲ 200 ਸਾਲ ਦੀ ਚੱਲਦੀ ਹੈ ਗੱਲ, ਚੱਲੀ ਜਾਂਦੀ ਹੈ। 50 ਸਾਲ ਤੇ ਜ਼ਿਆਦਾ ਤਾਂ ਮੈਂ ਦੇਖਦਾ, ਸੁਣਦੇ ਹਾਂ ਅਸੀਂ। ਇਹ ਨਿਰਣਾ ਨਹੀਂ ਹੋ ਰਿਹਾ। ਨਿਰਣਾ ਕਿਵੇਂ ਹੋਵੇ? ਪਰ ਨਿਰਣਾ ਕਿਵੇਂ ਹੋਵੇ ਵਾਲੀ ਗੱਲ ਨੂੰ ਲੈ ਕੇ ਚੱਲੇ। ਜਦੋਂ ਖੋਜ ਕੀਤੀ ਤਾਂ ਸਿਰੇ ਤੇ ਗੱਲ ਪਹੁੰਚੀ
ਪਹਿਲਾਂ ਤਾਂ ਇਹ ਸਾਨੂੰ ਲੱਗਿਆ ਵੀ ਜਿੰਨਾ ਚਿਰ ਗੁਰਬਾਣੀ ਦਾ ਪੱਕੀ ਔਰ ਕੱਚੀ ਬਾਣੀ ਦਾ ਫਰਕ ਦਾ ਨਹੀਂ ਪਤਾ ਲੱਗਦਾ, ਨਿਰਣਾ ਹੀ ਨਹੀਂ ਹੋ ਸਕਦਾ। ਪਾਠ ਅੰਤਰ ਦਾ ਨਿਰਣਾ, ਪਾਠ ਅੰਤਰ ਕਿਵੇਂ ਠੀਕ ਹੋਵੇ, ਪਾਠ ਅੰਤਰ ਅਰਥਬੋਧ ਤੋਂ ਕਿਵੇਂ ਠੀਕ ਹੋਵੇ, ਅਰਥਬੋਧ ਨਹੀਂ ਪਾਠ ਅੰਤਰ ਕਿਵੇਂ ਠੀਕ ਹੋਵੇ। ਜਿਹੜੇ ਵਿਦਵਾਨ ਲੱਗੇ ਨੇ ਪਾਠ ਅੰਤਰ ਨੂੰ ਮਗਜੌਲੀਆਂ ਮਾਰਨ, ਜਾਬਾਂ ਦਾ ਭੇੜ ਕਰਨ, ਉਹਨਾਂ ਨੂੰ ਇਹ ਨਹੀਂ, ਮੂਰਖਾਂ ਨੂੰ ਪਤਾ ਵੀ ਪਾਠ ਅੰਤਰ ਬਾਅਦ ਚ ਕਰ ਲਿਓ, ਪਹਿਲਾਂ ਅਰਥਬੋਧ ਕਰ ਲਓ। ਅਰਥਬੋਧ ਬਿਨਾਂ ਪਾਠ ਅੰਤਰ ਠੀਕ ਨਹੀਂ ਹੋ ਸਕਦਾ। ਇਹਦਾ ਮਤਲਬ ਹੈ ਵਿਦਵਾਨ ਬਹੁਤ ਥੋੜੀ ਬੁੱਧੀ ਦੇ ਮਾਲਕ ਹੁੰਦੇ ਨੇ। ਹਲਦੀ ਦੀ ਗੱਠੀ ਲੈ ਕੇ ਚੂਹੇ ਪੰਸਾਰੀ ਬਣ ਜਾਂਦੇ ਨੇ। ਇਹ ਹਲਦੀ ਦੀ ਗੱਠੀ ਵਾਲੇ ਵਿਦਵਾਨ ਨੇ ਸਾਰੇ, ਖੋਜ ਕੋਈ ਨਹੀਂ ਕੀਤੀ ਆਪਣੀ। ਕਈ ਮੂਰਖਾਂ ਦੀਆਂ ਕਿਤਾਬਾਂ ਪੜ੍ਹ ਕੇ ਮੂਰਖ ਬਣ ਗਏ। ਬਹੁਤ ਕਿਤਾਬਾਂ ਲਿਖੀਆਂ ਹੋਈਆਂ ਨੇ ਜਿਹੜੇ ਕੋਲ 10 ਗ੍ਰੰਥ ਤੇ ਖਰਾਬ ਨੇ, ਉਹ ਕਿਤਾਬਾਂ ਪੜ੍ਹ ਕੇ ਉਹਨਾਂ ਦਾ ਰੰਗ ਝਾੜ ਲਿਆ। ਦੂਏ ਪਾਸੇ ਵਾਲਿਆਂ ਦੂਏ ਪਾਸੇ ਵਾਲੀਆਂ ਕਿਤਾਬਾਂ ਦਾ ਰੰਗ ਝਾੜ ਲਿਆ। ਦੋਏ ਨਿਰਣਾਇਕ ਗੱਲ ਕਿਸੇ ਕੋਲ ਨਹੀਂ ਹੈ। ਨਿਰਣਾਇਕ ਦੀ ਗੱਲ ਤਾਂ ਹੁੰਦੀ ਨਾ, ਨਿਰਣਾਇਕ ਗੱਲ ਤਾਂ ਜੇ ਗੁਰਬਾਣੀ ਨੂੰ ਖੋਜਦੇ, ਗੁਰੂ ਤੋਂ ਪੁੱਛਦੇ, ਬਾਣੀ ਤੋਂ ਪੁੱਛਦੇ, ਉਹ ਤਾਂ ਪੁੱਛਦਾ ਹੀ ਨਹੀਂ ਕੋਈ। ਇੰਨੀ ਬੁੱਧੀ ਉਹ ਹੈ ਨਹੀਂ ਪੁੱਛਣ ਵਾਲੀ। ਹੁਣ ਉਹ ਕਹਿੰਦੇ ਨੇ ਵਿਸ਼ਨੂੰ ਤੇ ਕਮਲ ਪੈਦਾ ਹੋਇਆ ਧੁਨੀ ਚੋਂ, ਉਹ ਤੋਂ ਸ੍ਰਿਸ਼ਟੀ ਪੈਦਾ ਹੋਈ। ਉਹਨੇ ਕੀ ਕੀਤਾ? ਇੱਕ ਸਰਵਣ ਤੇ ਮੈਲ ਨਕਾਰਾ, ਇੱਕ ਕੰਨ ਚੋਂ ਮੈਲ ਕੱਢੀ ਬ੍ਰਹਮਾ ਨੇ। ਤਾਂ ਤੇ ਮਧੁਕੇਟਵ ਤਨ ਧਾਰਾ, ਉਹ ਤੇ ਮਧੁਕੇਟਵ ਰਾਖਸ਼ ਬਣੇ। ਤਨ ਧਾਰਾ ਮਧੁਕੇਟਵ ਕਦੇ ਨਾ ਹੋਏ। ਦੂਤੀਆ ਸਰਵਣ ਤੇ ਮੈਲ ਨਕਾਰੀ, ਤਾਂ ਤੇ ਭਈ ਸ੍ਰਿਸ਼ਟੀ ਸਾਰੀ। ਸ੍ਰਿਸ਼ਟ ਮਾਇਆ ਇਹੋ ਜਿਹਾ ਕੁਛ ਲਿਖਿਆ ਉਹਨਾਂ ਦੇ ਅੰਡ ਵੰਡ। ਗੁਰਮਤਿ ਨਾਲ ਮੇਲ ਨਹੀਂ ਖਾਂਦਾ। ਦਸਮ ਪਾਤਸ਼ਾਹ ਨੂੰ ਰੱਦ ਕਰਦੇ ਨੇ, ਇਹਨੂੰ ਨਹੀਂ ਮੰਨਦੇ। ਉਹ ਸ੍ਰਿਸ਼ਟੀ ਦੀ ਉਤਪਤੀ ਕਿਵੇਂ ਦੱਸਦੇ ਨੇ? ਉਹ ਸ੍ਰਿਸ਼ਟੀ ਦੀ ਉਤਪਤੀ ਇਸ ਤਰੀਕੇ ਨਾਲ ਦੱਸਦੇ ਨੇ, ਇਹਦੇ ਵਿੱਚ ਆਊਗਾ ਸ੍ਰਿਸ਼ਟੀ ਕਿਵੇਂ ਪੈਦਾ ਹੋਈ। ਉਹ ਆਪਣੇ ਤਰੀਕੇ ਨਾਲ ਦੱਸਦੇ ਨੇ। ਦੂਜੀ ਪੌੜੀ ਦੱਸਣਗੇ। ਪਹਿਲੀ ਪੌੜੀ ਦੇ ਵਿੱਚ ਪਹਿਲਾਂ ਇਹ ਹੈ ਕਿ ਇਹ ਗੁਰਮਤਿ ਹੈ ਜਿਹੜੀ ਚੰਡੀ ਹੈ, ਇਹ ਗੁਰੂ ਨਾਨਕ ਨੇ ਪ੍ਰਗਟ ਕੀਤੀ। ਪਹਿਲਾਂ ਕਬੀਰ ਨੇ ਕੀਤੀ, ਗੱਲ ਠੀਕ ਹੈ, ਪਰ ਉਹ ਤੋਂ ਬਾਅਦ ਅਲੋਪ ਹੋ ਗਈ। ਜਿਹੜੀ ਗੱਲ ਪਹਿਲਾਂ ਇੱਕ ਅੱਗ ਜਗਦੀ ਹੈ, ਆਪਣੇ ਕੋਲ ਧੂਣਾ ਜਗਦਾ, ਅੱਗ ਬੁਝ ਗਈ। ਚੰਡੀ ਨੂੰ ਅੱਗ ਨੂੰ ਚੰਡੀ ਉਹ ਕਹਿੰਦੇ ਨੇ। ਅੱਗ ਬੁਝ ਗਈ, ਦੁਬਾਰਾ ਅੱਗ ਜਲਾਉਣੀ ਹੈ। ਉਹ ਪੂਰੇ ਹੀ ਸਾਧਨ ਕਰਨੇ ਪੈਣੇ ਨੇ, ਉਹਨੇ ਜਿੰਨੇ ਪਹਿਲੇ ਕਿਹਨੇ ਕੀਤੇ ਸੀ। ਜਿੰਨਾ ਚਿਰ ਤਾਂ ਅੱਗ ਚੁੱਲ੍ਹੇ 'ਚ ਹੈਗੀ ਹੈ, ਉਹਨਾਂ ਚਿਰ ਤਾਂ ਅੱਗ 'ਚੋਂ ਅੱਗ ਪੈਦਾ ਕਰੀ ਜਾਓ, ਕੋਈ ਔਖੀ ਨਹੀਂ ਹੈ। ਕੋਈ ਜੋ ਪੈਦਾ ਕਰ ਲਓ, ਕੋਈ ਜੋ ਅੱਗ ਲੈ ਜਾਓ, ਜਾੜ ਲਓ। ਪਰ ਜਦ ਅੱਗ ਨਾ ਹੋਵੇ ਫੇਰ ਕਿਵੇਂ ਅੱਗ ਪੈਦਾ ਕਰੇ? ਜਦ ਤਤ ਗਿਆਨ ਨਾ ਹੋਵੇ, ਜਿਵੇਂ ਅੱਜ ਹੈ ਨਹੀਂ, ਫੇਰ ਕਿੱਥੋਂ ਲਿਆਵੇ? ਪੱਥਰ ਹੁੰਦੇ ਸੀ, ਪੱਥਰਾਂ ਨਾਲ ਪੱਥਰ ਮਾਰ ਕੇ ਅੱਗ ਪੈਦਾ ਕਰਦੇ ਸੀ ਨਾ। ਸਾਧਨ ਹੈਗੇ ਸੀ ਅੱਗ ਪੈਦਾ ਕਰਨ ਵਾਲੇ, ਪਰ ਪੈਦਾ ਕਰਨੀ ਤਾਂ ਕਿਸੇ ਬੰਦੇ ਨੂੰ ਪੈਣੀ ਹੈ ਨਾ। ਸਾਧਨ ਹੁਣ ਵੀ ਨੇ ਚੰਡੀ ਪ੍ਰਗਟ ਕਰਨ ਦੇ। ਗੁਰਬਾਣੀ ਹੈਗੀ ਸਾਡੇ ਕੋਲ, ਕਰ ਲੋ ਪ੍ਰਗਟ। ਵਿਵੇਕ ਬੁੱਧੀ ਚੰਡੀ ਹੈ, ਆਪਣੇ ਅੰਦਰ ਇਹ ਸੁੱਤੀ ਪਈ ਹੈ। ਆਪਣੀ ਬੁੱਧ, ਆਪਣੀ ਮੱਤ ਸੁੱਤੀ ਪਈ ਹੈ, ਇਹ ਜਗਾਉਣੀ ਹੈ। ਇਹ ਚੰਡੀ ਪ੍ਰਗਟ ਹੋ ਜੂਗੀ। ਜਗਾਉਣੀ ਹੈ ਗੁਰਮਤਿ ਨਾਲ। ਜਗੂਗੀ ਕਿਵੇਂ ਦੱਸਿਆ ਹੋਇਆ? ਰਾਮ ਰਮਤ ਮਤ ਪ੍ਰਗਟ ਆਈ। ਜਦੋਂ ਮਨ ਰਾਮ ਦੇ ਵਿੱਚ ਸਮਾਉਣ ਲੱਗਿਆ ਨਾ, ਆਪਣੇ ਚਿੱਤ 'ਚ, ਆਪਣੇ ਮੂਲ 'ਚ ਸਮਾਉਣ ਲੱਗ ਗਿਆ, ਜਿਉਂ-ਜਿਉਂ ਸਮਾਈ ਗਿਆ ਮਤ ਪ੍ਰਗਟ ਹੁੰਦੀ ਚਲੀ ਗਈ। ਜਦ ਸਾਰਾ ਹੀ ਸਮਾ ਗਿਆ ਮਨ, ਭਾਣੇ 'ਚ ਜਮਾ ਹੀ ਭਾਣੇ 'ਚ ਹੋ ਗਿਆ, ਗੁਰ ਕੇ ਭਾਣੇ ਚੱਲਣ ਲੱਗ ਗਿਆ, ਪ੍ਰਗਟ ਹੋ ਗਈ। ਫਿਰ ਬਲਪੀ ਗੁਰ ਗਿਆਨ ਘਟ ਬਲਿਆ। ਗੱਲ ਆ ਹੈ। ਔਰ ਕੋਈ ਦੇਵੀ ਨਹੀਂ, ਕੋਈ ਪੱਥਰ ਦੀ ਮੂਰਤੀ ਨਹੀਂ, ਕੋਈ ਜਨਾਨੀ ਨਹੀਂ, ਕੋਈ ਇਸਤਰੀ ਨਹੀਂ। ਗੱਲ ਇਹ ਹੈ, ਆਪਣੇ ਆਪਣੇ ਵਿਦਵਾਨ ਟਕੌਂਸਲੇ ਉਹਨਾਂ ਨੇ ਹੁਣ ਇਹਨੂੰ ਮਾਂ ਕਿਹਾ ਹੋਇਆ। ਉਹਨਾਂ ਨੇ ਆਪਣੀ ਮਾਂ ਦੀ ਤਸਵੀਰ ਬਣਾ ਲਈ। ਆਪਣੀ ਮਾਂ ਆਦਮੀ ਦੀ ਔਰਤ ਹੁੰਦੀ ਹੈ, ਆਦਮੀ ਦੀ ਮਾਂ ਔਰਤ ਹੁੰਦੀ ਹੈ, ਔਰਤ ਦੀ ਤਸਵੀਰ ਬਣਾ ਲਈ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਗੁਰਬਾਣੀ ਵੀ ਕਹਿੰਦੀ ਹੈ। ਜਿਹੜਾ ਪਿਤਾ ਉਹੀ ਮਾਤਾ ਹੈ, ਜਿਹੜਾ ਮਾਤਾ ਉਹੀ ਪਿਤਾ ਹੈ। ਤੇ ਇੱਥੇ ਤਾਂ ਫਿਰ ਦੋ ਨੇ। ਔਰਤ ਨੂੰ ਪਿਤਾ ਤਾਂ ਕਹਿ ਨਹੀਂ ਸਕਦੇ, ਦੇਵੀ ਨੂੰ ਪਿਤਾ ਤਾਂ ਕਹਿ ਨਹੀਂ ਸਕਦੇ। ਇਹ ਨਹੀਂ ਹੋ ਸਕਦੀ। ਇਹਦਾ ਮਤਲਬ ਉਹ ਤਾਂ ਹੈ ਉਹ ਨਹੀਂ ਨਾ, ਪੱਥਰ ਦੀ ਤਾਂ
ਉਹ ਤਾਂ ਹੋ ਹੀ ਨਹੀਂ ਨਾ ਸਕਦੀ। ਅਸਲ ਦੇ ਵਿੱਚ ਇਹ ਚੰਡੀ ਦੀਆਂ 12 ਲਿਖ ਕੇ ਇਹ ਸਾਬਤ ਕੀਤਾ ਵੀ ਜਿਹੜੀ ਤੁਹਾਡੀ ਚੰਡੀ ਉਹ ਤਾਂ ਹੋ ਹੀ ਨਹੀਂ ਸਕਦੀ। ਇਹ ਜਿਹਾ ਸਬੂਤ ਆਦਿ ਗੁਰੂ ਗ੍ਰੰਥ ਸਾਹਿਬ ਚੋਂ ਕਿਤੇ ਨਹੀਂ ਮਿਲਦਾ ਤੁਹਾਨੂੰ। ਇਹ ਉਹਨਾਂ ਦਾ ਮੁੱਦਾ ਹੀ ਖਤਮ ਕਰਤਾ। ਪੱਥਰ ਪੂਜ ਦਾ ਮੁੱਦਾ ਹੀ ਖਤਮ ਹੁੰਦਾ। ਜੇ ਦਸਮ ਗ੍ਰੰਥ ਨੂੰ ਅਸੀਂ ਵਿਚਾਰਦੇ ਹਾਂ, ਦਸਮ ਗ੍ਰੰਥ ਨੂੰ ਪੜ੍ਹਦੇ ਹਾਂ, ਪੱਥਰ ਪੂਜ ਵਾਲਾ ਮੁੱਦਾ ਖਤਮ। ਇੰਨਾ ਕੁਛ ਇਹਦੇ ਚ ਲਿਖਿਆ ਹੋਇਆ, ਹਿੰਦੂ ਮਤ ਦਾ ਰਹਿੰਦਾ ਹੀ ਕੱਖ ਨਹੀਂ। ਆਦਿ ਗੁਰੂ ਗ੍ਰੰਥ ਸਾਹਿਬ ਤੋਂ ਕੋਈ ਪਰੇਸ਼ਾਨ ਨਹੀਂ ਸੀ ਹੋਏ ਹਿੰਦੂ। ਆਦਿ ਗ੍ਰੰਥ ਕਰਕੇ ਤਾਂ ਪਹਾੜੀਏ ਰਾਜੇ ਸੇਵਕ ਸੀਗੇ। 6ਵੇਂ ਪਾਤਸ਼ਾਹ ਨੂੰ ਲੈ ਗਏ ਉੱਥੇ ਕੀਰਤਪੁਰ, ਵੀ ਆਓ ਅਸੀਂ ਤੁਹਾਨੂੰ, ਤੁਸੀਂ ਇਹ ਮੁਸਲਮਾਨਾਂ ਦੇ ਏਰੀਏ 'ਚ ਨਾ ਰਹੋ, ਇੱਥੇ ਕਲੇਸ਼ ਪੈਂਦਾ ਤੁਹਾਡਾ, ਤੁਸੀਂ ਹਿੰਦੂ ਹੋ, ਹਿੰਦੂਆਂ ਦੇ ਏਰੀਏ 'ਚ ਰਹੋ। ਉਹ ਤਾਂ ਹਿੰਦੂਏ ਮੰਨਦੇ ਸੀ, ਉਹ ਆਪਣਾ ਗੁਰੂ ਇਹ ਮੰਨਦੇ ਸੀ। ਉਹ ਕਹਿੰਦੇ ਸਾਡੇ ਹੀ ਗ੍ਰੰਥ ਨੇ, ਵੇਦ ਦੀ ਉਹ ਗੱਲ ਕਰਦੇ ਨੇ। ਹਰੀ ਪ੍ਰਭੂ ਸ਼ਿਆਮ ਸੁੰਦਰ ਸਭ ਗੱਲਾਂ ਉਹ ਹਿੰਦੂਆਂ ਦੇ ਗ੍ਰੰਥ ਵਾਲੇ ਨੇ। ਸਭ ਕੋ ਆਦਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਫ਼ਜ਼ ਮਾਧੋ, ਗੋਬਿੰਦ, ਗੋਪਾਲ, ਦਮੋਦਰ ਸਭ ਉਹੀ ਸ਼ਬਦ ਨੇ। ਉਹਨਾਂ ਨੂੰ ਕੋਈ ਅਲਰਜੀ ਨਹੀਂ ਸੀ। ਉਹ ਕਹਿੰਦੇ ਸਾਡਾ ਹੀ ਹੈ ਸਭ ਕੁਛ ਵੀ ਵੱਖਰਾ ਨਹੀਂ ਹੈ। ਵੱਖਰੀ ਕੇਵਲ ਪੱਥਰ ਪੂਜਾ ਸੀ। ਜਦੋਂ 9ਵੇਂ ਪਾਤਸ਼ਾਹ ਨੂੰ ਉਹਨਾਂ ਨੇ ਸ਼ਹੀਦ ਕਰਵਾ ਦਿੱਤਾ, ਔਰ ਪਿੱਛੋਂ ਪਹਿਲਾਂ ਕਹਿੰਦੇ ਸੀ ਅਸੀਂ ਸਾਰੇ ਹਿੰਦੂ ਸਿੱਖ ਹੋ ਜਾਵਾਂਗੇ, ਬਾਅਦ ਚ ਗਏ ਮੁੱਕਰ। ਉਹ ਤੋਂ ਬਾਅਦ 10ਵੇਂ ਪਾਤਸ਼ਾਹ ਨੇ ਬੀੜਾ ਚੁੱਕਿਆ ਵੀ ਇਹਨਾਂ ਦਾ ਸਾਰਾ ਮੁੱਦਾ ਹੀ ਖਤਮ ਕਰੋ। ਹਿੰਦੂ ਧਰਮ ਖਤਮ ਕਿਵੇਂ ਕਰਨਾ? ਉਹਨਾਂ ਨੇ ਆ ਦੂਜਾ ਕੁਛ ਲਿਖਿਆ। ਗੁਰਬਾਣੀ ਨਹੀਂ ਲਿਖੀ, ਬਥੇਰੀ ਲਿਖੀ ਪਈ ਸੀ। ਉਹ ਕਹਿੰਦੇ ਬਥੇਰਾ ਕੁਛ ਲਿਖਿਆ ਪਿਆ ਇੱਧਰ, ਆ ਦੂਜਾ ਮੁੱਦਾ ਚੱਕੋ। ਕਿਰਪਾ ਰਾਮ ਸੀ, ਆਪੇ ਬ੍ਰਾਹਮਣ ਸੀ। ਕਿਰਪਾ ਰਾਮ ਨੇ ਕਿਹਾ ਵੀ ਤੁਸੀਂ ਆਹ ਪਾਸਾ ਲਿਖੋ। ਇਹਦਾ ਮੁੱਦਾ ਹੀ ਕਿਰਪਾ ਰਾਮ ਦਾ ਸਿੱਖ ਬਣ ਗਿਆ। ਇਹਨਾਂ ਦੀ ਪੱਥਰ ਪੂਜਾ ਦਾ ਜਿਹੜਾ ਹੈ ਭਰਮ, ਇਹ ਸਾਰਾ ਹੀ ਕੱਟੀਏ ਆਪਾਂ। ਉਹਨਾਂ ਨੇ ਪੱਖ ਦੂਆ ਲਿਆ। ਜਿਵੇਂ ਸ੍ਰਿਸ਼ਟੀ ਸਾਜੀ ਉਹ ਕਹਿੰਦੇ ਨੇ, ਭਾਵੇਂ ਆਦਿ ਗੁਰੂ ਗ੍ਰੰਥ ਸਾਹਿਬ ਚ ਵੀ ਹੈ ਸਾਚੇ ਤੇ ਪਵਨਾ ਪਿਆ ਪਵਨਾ ਤੇ ਜਲ ਹੋਏ, ਪਰ ਉਹਨਾਂ ਦਾ ਨਹੀਂ ਕੱਟ ਰਹੇ ਉਸ ਤਰੀਕੇ ਨਾਲ। ਤਬਲੇ ਉੱਪਰ ਕੇਤਾ ਭਾਰ ਕਹਿਤਾ, ਉਹਦੇ ਨਾਲ ਕੋਈ ਨਹੀਂ ਫਰਕ ਪੈਂਦਾ ਹੈ ਉਹਨਾਂ ਨੂੰ। ਇਹਨਾਂ ਨੇ ਜਿਹੜਾ ਕੁਝ ਕਿਹਾ ਹੈ ਉਹ ਇਸ ਤਰੀਕੇ ਨਾਲ ਕਿਹਾ ਜਿਹੜਾ ਉਹਨਾਂ ਨੂੰ ਬਰਦਾਸ਼ਤ ਨਹੀਂ ਹੋ ਸਕਿਆ। ਕਾਹੇ ਕੋ ਪਾਹਨ ਪੂਜਤ ਹੈ ਪਸ਼ੂ, ਪਾਹਨ ਮੈਂ ਪਰਮੇਸ਼ਰ ਨਾ। ਰਾਜੇ ਨੂੰ ਪਸ਼ੂ ਕਹਿਤਾ, ਕਹਿ ਕੌਣ ਰਿਹਾ? ਇੱਕ ਬਹੁਤ ਨੀਵੀਂ ਜਾਤ ਦਾ ਨਿਹੰਗ ਸਿੰਘ ਕਹਿ ਰਿਹਾ, ਸਿੰਘ ਸਜਿਆ ਹੋਇਆ ਨੀਵੀਂ ਜਾਤ ਦਾ, ਜਿਹੜਾ ਕਿ ਰਾਜੇ ਦੇ ਮੂਹਰੇ ਸਿਰ ਨਹੀਂ ਚੱਕ ਸਕਦਾ ਜਿੰਨਾ ਚਿਰ ਰਾਜਾ ਲੰਘ ਨਾ ਜਾਵੇ। ਰਾਜੇ ਜਦੋਂ ਆਉਂਦੇ ਹੁੰਦੇ ਨੇ ਨਿਕਲ ਕੇ ਕਿਲੇ ਚੋਂ, ਜਿਹੜੀ ਪਰਜਾ ਹੁੰਦੀ ਸੀ, ਪਟਿਆਲੇ ਦੇ ਲੋਕ ਦੱਸਦੇ ਸੀ ਜਿਨ੍ਹਾਂ ਦੀਆਂ ਬਾਹਰ ਦੁਕਾਨਾਂ ਨੇ, 50 ਸਾਲ ਪਹਿਲਾਂ ਗੱਲ ਹੋਈ ਸਾਡੀ। ਉਹ ਕਹਿੰਦੇ ਥੋੜਾ ਹੀ ਚਿਰ ਹੋਇਆ ਸੀ ਜਦ ਕੈਪਸੂਲ ਟੁੱਟੇ ਨੂੰ। ਕਹਿੰਦੇ ਜਿੰਨਾ ਚਿਰ ਰਾਜਾ ਲੰਘ ਨਹੀਂ ਸੀ ਜਾਂਦਾ ਉਹਨਾਂ ਚਿਰ ਅਸੀਂ ਗਰਦਨ ਥੱਲੇ ਹੀ ਰੱਖਦੇ ਸੀ। ਕੋਈ ਰਾਜੇ ਦਾ ਮੂੰਹ ਕਿਸੇ ਬੰਦੇ ਨੇ ਕਦੇ ਹੀ ਦੇਖਿਆ ਸੀ, ਸਾਹਮਣੇ ਨਹੀਂ ਸੀ ਝਾਕਦੇ। ਉਹ ਕਹੂ ਮੇਰੇ ਸਾਹਮਣੇ ਝਾਕਦੇ ਨੇ, ਫਲਾਣਾ ਮੇਰੇ ਵੱਲ ਝਾਕਦਾ ਸੀ। ਯਾਨੀ ਸਾਨੂੰ ਰਾਜੇ ਵੱਲ ਝਾਕਣ ਦੀ ਇਜਾਜ਼ਤ ਨਹੀਂ ਸੀ, ਇੰਨੀ ਦਹਿਸ਼ਤ ਸੀ। ਇਹਨਾਂ ਦਬਾਅ 'ਚ ਰੱਖੇ ਤੇ ਲੋਕ ਰਾਜਿਆਂ ਨੇ। ਜਿਹੜਾ ਰਾਜਾ ਇਹਨਾਂ ਦਬਾਅ 'ਚ ਰੱਖਦਾ ਹੋਵੇ ਉਹਨੂੰ ਕੋਈ ਕਹਿ ਦੇਵੇ ਕਾਹੇ ਕੋ ਪਾਹਨ ਪੂਜਤਾ ਪਸ਼ੂ ਪਾਹਨ ਮੈਂ ਪਰਮੇਸ਼ਰ ਨਹੀਂ, ਔਰ ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਕਹੇ, ਉਹਨੂੰ ਬਰਦਾਸ਼ਤ ਕਿਵੇਂ ਹੋਊ? ਇਹ ਕਾਰਨ ਸੀ ਬਾਈਧਾਰੀਆਂ ਨਾਲ ਕਲੇਸ਼ ਪੈਣ ਦੇ। ਮਾਤਾ ਗੁਜਰੀ ਹਟਾਉਂਦੀ ਸੀ, ਰਾਜੇ ਵੀ ਕਹਿੰਦੇ ਵੀ ਇਹ ਨਾ ਕਰੋ, ਇਹ ਰਾਹ ਨਾ ਫੜੋ, ਇਹ ਰਾਹ ਖਤਰਨਾਕ ਹੈ, ਇਹਦੇ ਨਤੀਜੇ ਬਹੁਤ ਭੈੜੇ ਨਿਕਲਣਗੇ। ਮਾਤਾ ਗੁਜਰੀ ਤਾਂ ਹੀ ਹਟਾਉਂਦੀ ਰਹੀ ਹੈ। 10ਵੇਂ ਪਾਤਸ਼ਾਹ ਨੂੰ ਇਤਿਹਾਸ ਪੜ੍ਹ ਕੇ ਦੇਖ ਲਓ, ਵਿੱਚੋਂ ਗੱਲਾਂ ਕੁਝ ਹੋਰ ਸੀਆਂ, ਹਿਸਟਰੀ 'ਚੋਂ ਆਉਂਦੀਆਂ ਨਹੀਂ ਹੁੰਦੀਆਂ ਸਾਰੀਆਂ ਗੱਲਾਂ, ਪਰ ਜਿਹੜੇ ਨਾਲ ਸੀ ਉਹਨਾਂ ਨੂੰ ਪਤਾ ਸੀ। ਰਣਜੀਤ ਨਗਾਰਾ ਬਣੋ ਜਾਂ ਬਣਾਇਆ, ਜਦੋਂ ਮਾਤਾ ਜੀ ਨੇ ਕਿਹਾ, ਉਹਨਾਂ ਨੇ ਮਾਤਾ ਜੀ ਨੂੰ ਕਿਹਾ ਵੀ ਇਹ ਗੱਲ ਗਲਤ ਹੈ,
ਕਿਸੇ ਦੇ ਇਹਨਾਂ ਨੇ ਕੀ ਕਰਨਾ ਨਗਾਰਾ ਬਣਾ ਕੇ? ਇਹਦਾ ਮਤਲਬ ਹੈ ਰਾਜ ਕਰਨਾ ਚਾਹੁੰਦੇ ਨੇ ਇਹ। ਇਹਦਾ ਮਤਲਬ ਸਾਡੇ ਤੇ ਹਮਲਾਵਰ ਹੋਣਗੇ ਹੁਣੇ। ਉਹਨਾਂ ਨੇ ਗਾਹਾਂ ਅੱਗੇ ਵੀ ਖਬਰ ਪਹੁੰਚਾਈ ਦਿੱਲੀ ਦਰਬਾਰ 'ਚ ਵੀ ਕੱਲ ਨੂੰ ਇਹਨੇ ਜੇ ਸਾਡੇ ਤੇ ਕਬਜ਼ਾ ਕਰ ਲਿਆ ਅਸੀਂ ਤਾਂ ਤੋਂ ਫਿਰ ਕਬਜ਼ਾ ਕਰ ਸਕਦਾ ਸਾਡੇ ਤੇ, ਤੁਹਾਡੇ ਨਾਲ ਵੀ ਲੜ ਸਕਦਾ ਸਾਨੂੰ ਜਿੱਤ ਕੇ। ਪਰ ਉਹਨਾਂ ਨੇ ਮੰਨਿਆ ਨਹੀਂ, ਬਹੁਤ ਧਿਆਨ ਨਹੀਂ ਦਿੱਤਾ, ਜ਼ਿਆਦਾ ਨਹੀਂ ਧਿਆਨ ਦਿੱਤਾ। ਉਹਨਾਂ ਨੂੰ ਪਤਾ ਸੀ ਵੀ ਇਹਨਾਂ ਨੇ ਰਾਜ ਨਹੀਂ ਕਰਨਾ। ਨਾਲੇ ਇਹ ਕਰਨਾ ਵੀ ਉਹਨਾਂ ਨੂੰ ਕੀ ਫਰਕ ਪੈਂਦਾ ਸੀ? ਇਹ ਰਿਆਸਤਾਂ ਹਿੰਦੂਆਂ ਦੀਆਂ ਹੀ ਨੇ। ਪੱਥਰ ਦੇ ਖਿਲਾਫ ਲਿਖਣ ਕਰਕੇ ਮੁਸਲਮਾਨ ਜ਼ਿਆਦਾ ਖੁਸ਼ ਸੀਗੇ। ਉਹ ਪੱਥਰ ਪੂਜ ਨਹੀਂ ਨਾ ਹੁਣ ਮੁਸਲਮਾਨ, ਉਹ ਜ਼ਿਆਦਾ ਖੁਸ਼ ਇਸ ਕਰਕੇ ਸੀ ਵੀ ਸਿੱਧਾ ਅਟੈਕ ਪੱਥਰ ਪੂਜਾ ਤੇ ਕਰਦੇ ਨੇ, ਮੂਰਤੀ ਪੂਜਾ ਤੇ ਕਰਦੇ ਨੇ। ਉਹ ਖੁਸ਼ ਸੀਗੇ। ਉਹ ਜ਼ਿਆਦਾ ਕਲੇਸ਼ ਇਸ ਮਤ ਜਿਹੜਾ ਦਸਮ ਗ੍ਰੰਥ ਹੈ ਇਹਦੇ ਕਰਕੇ ਪਿਆ। ਕਹਿਣ ਦਾ ਮਤਲਬ ਇਹ ਹੈ ਅੱਜ RSS ਚਾਹੁੰਦੀ ਹੈ ਜੇ ਦਸਮ ਗ੍ਰੰਥ ਤੇ ਮੁੱਕਰ ਜਾਣ ਇਹ, ਫਿਰ ਸਾਨੂੰ ਕੋਈ ਖਤਰਾ ਨਹੀਂ, ਫਿਰ ਇਹਨਾਂ ਨਾਲ ਮੇਲ ਹੋ ਸਕਦਾ। ਇਸ ਗੱਲ ਨੂੰ ਕੌਣ ਸਮਝੇ? ਮੋਸਟਲੀ ਜਿਹੜੇ ਆਦਮੀ ਰੌਲਾ ਪਾਉਂਦੇ ਨੇ ਦਸਮ ਗ੍ਰੰਥ ਦੇ ਖਿਲਾਫ, ਜਾਂ ਤਾਂ ਪਾਗਲ ਨੇ, ਅਗਿਆਨੀ ਨੇ, ਜਾਂ ਫਿਰ ਉਹਨਾਂ ਦੇ ਏਜੰਟ ਨੇ। ਇਹ ਸਾਬਤ ਹੋ ਜਾਣੀ ਹੈ ਗੱਲ ਸਾਰੀ, ਉਹ ਸਾਬਤ ਹੋ ਜਾਣੀ ਹੈ, ਕੋਈ ਸ਼ੰਕਾ ਨਹੀਂ ਹੈ। ਉਹਨਾਂ ਨੂੰ ਗਿਆਨ ਨਹੀਂ, ਸਾਨੂੰ ਪਤਾ ਇਸ ਗੱਲ ਦਾ। ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ, ਤਾਂ ਉਹਨਾਂ ਨੂੰ ਭੁਲੇਖਾ ਹੈ। ਹਾਂ, ਜਿਹੜਾ ਕਾਲਾ ਅਫਗਾਨਾ ਉਹ ਜ਼ਰੂਰ ਏਜੰਟ ਸੀ, ਉਸ ਗੱਲ ਦਾ ਸਾਨੂੰ ਪਤਾ ਲੱਗ ਗਿਆ। ਪਹਿਲਾਂ ਸਾਨੂੰ ਸ਼ੱਕ ਸੀ, ਪਹਿਲਾਂ ਸ਼ੱਕ ਸੀ, ਹੁਣ ਤਾਂ ਪਤਾ। ਹੁਣ ਤਾਂ ਦੀਆਂ ਵੈਬਸਾਈਟਾਂ ਕੌਣ ਚਲਾਉਂਦਾ, ਕਿੰਨੀਆਂ ਚੱਲਦੀਆਂ ਨੇ, ਪੈਸਾ ਕਿੱਥੋਂ ਆਉਂਦਾ, ਹੁਣ ਤਾਂ ਉਹ ਆਪੇ ਜਵਾਬ ਦੇ ਦੇਣ। ਹੁਣ ਸ਼ਾਇਦ ਇਹਨਾਂ ਨੂੰ ਵੀ ਪਤਾ, ਜਿਹੜੇ ਉਹਦੇ ਜ਼ਿਆਦਾ ਸਕੇ ਸੀ ਨਾ ਬਣਦੇ, ਜਿਨ੍ਹਾਂ ਨੇ ਕਾਲਾ ਅਫਗਾਨਾ ਜ਼ਿਆਦਾ ਚੱਕਿਆ, ਸ਼ਾਇਦ ਉਹਨਾਂ ਨੂੰ ਵੀ ਪਤਾ ਲੱਗ ਗਿਆ। ਉਹਦਾ ਤਾਂ ਹੀ ਨਾ ਲੈਂਦੇ। ਹੁਣ ਕੀ ਨਿਕਲੂਗਾ ਇਹਦੇ ਚੋਂ, ਦਸਮ ਗ੍ਰੰਥ ਚੋਂ, ਚੰਡੀ ਦੀ ਵਾਰ ਚੋਂ, ਇਹ ਆਪਾਂ ਦੇਖਦੇ ਹਾਂ। ਹਾਂਜੀ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਉਤੀ ਜੀ ਸਹਾਇ। ਇੱਕ ਓਂਕਾਰ, ਦੇਖੋ ਇੱਕ ਓਂਕਾਰ ਤੇ ਗੱਲ ਸ਼ੁਰੂ ਹੋਈ ਹੈ। ਪਹਿਲੀ ਤਾਂ ਗੱਲ ਹੈ ਜੇ ਪੰਡਤ ਲਿਖਦਾ ਤਾਂ ਇੱਕ ਓਂਕਾਰ ਨਹੀਂ ਲਿਖਦਾ। ਇਹ ਗੱਲ ਇੱਕ ਓਂਕਾਰ ਤੋਂ ਜੇ ਗੱਲ ਸ਼ੁਰੂ ਹੁੰਦੀ ਹੈ ਤਾਂ ਇਹਦਾ ਮਤਲਬ ਆਦਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਵਿਚਾਰਧਾਰਾ ਹੈ ਉਹਦੇ ਅਨੁਸਾਰ ਗੱਲ ਸ਼ੁਰੂ ਹੋਈ ਹੈ। ਜਦੋਂ ਚੰਡੀ ਚਰਿੱਤਰ ਲਿਖਿਆ ਉਦੋਂ ਇੱਕ ਓਂਕਾਰ ਨਹੀਂ ਲਿਖਦੇ, ਉਦੋਂ ਅੱਠ ਲਿਖਦੇ ਨੇ। ਅੱਠ ਸ੍ਰੀ ਚੰਡੀ ਚਰਿੱਤਰ ਲਿਖਿਆ ਤੇ ਇੱਕ ਓਂਕਾਰ ਲਿਖਣ ਦਾ ਮਤਲਬ ਹੈ ਨਿਰੋਲ ਗੁਰਮਤਿ ਤੇ ਖੜੀ ਹੈ ਗੱਲ। ਉਦੋਂ ਕਿਉਂਕਿ ਉਹਨਾਂ ਗ੍ਰੰਥਾਂ ਦੀ ਕਾਪੀ ਸੀ, ਉਹ ਜੋ ਕੁਛ ਉਹਨਾਂ 'ਚ ਲਿਖਿਆ ਉਹਦੇ ਮੁਤਾਬਕ ਲਿਖਣਾ ਸੀ। ਇੱਕ ਓਂਕਾਰ ਨਹੀਂ ਉੱਥੇ ਵਰਤਿਆ। ਇਹ ਨੁਕਤੇ ਨੇ ਜਿਹੜੇ ਵਿਦਵਾਨਾਂ ਦੇ ਦਿਮਾਗ ਤੋਂ ਪਰੇ ਦੀਆਂ ਗੱਲਾਂ ਨੇ, ਉੱਥੇ ਨਹੀਂ ਲਿਖਦੇ ਸੀ ਇੱਕ ਓਂਕਾਰ। ਕਿਉਂ ਇੱਥੇ ਇੱਕ ਓਂਕਾਰ ਲਿਖਿਆ, ਉੱਥੇ ਕਿਉਂ ਨਹੀਂ ਲਿਖਿਆ ਇੱਕ ਓਂਕਾਰ? ਕਿਉਂਕਿ ਉਹ ਕਿਸੇ ਚੀਜ਼ ਦੀ ਕਾਪੀ ਹੈ, ਉਹ ਹਿੰਦੂ ਮਤ ਦਾ ਗ੍ਰੰਥ ਹੈ। ਉਹ ਤੁਹਾਨੂੰ ਦੱਸਿਆ ਵੀ ਇੱਥੇ ਆ ਲਿਖਿਆ ਹੈ, ਅਸਲ ਆ ਹੈ। ਨਕਲ ਦੱਸ ਕੇ ਹੀ ਅਸਲ ਦੱਸਣਾ ਪਊ, ਝੂਠ ਦਿਖਾ ਕੇ ਸੱਚ ਦਿਖਾਉਣਾ ਪਊ। ਜੇ ਤੁਸੀਂ ਅਸਲ ਨਕਲ ਦੀ ਪਛਾਣ ਕਰਨੀ ਹੈ ਤਾਂ ਦੋ ਚੀਜ਼ਾਂ ਚਾਹੀਦੀਆਂ। ਨਕਲ ਵੀ ਚਾਹੀਦੀ ਹੈ ਤੁਹਾਡੇ ਕੋਲ, ਨਕਲੀ ਨੋਟ ਵੀ ਚਾਹੀਦਾ, ਅਸਲੀ ਵੀ ਚਾਹੀਦਾ, ਫਿਰ ਅਸਲੀ ਦੀ ਪਛਾਣ ਹੋ। ਜੇ ਇੱਕੋ ਹੀ ਹੈ, ਚਾਹੇ ਅਸਲੀ ਹੈ ਚਾਹੇ ਨਕਲੀ ਹੈ, ਤੁਸੀਂ ਪਛਾਣ ਨਹੀਂ ਕਰ ਸਕਦੇ ਨਕਲੀ ਅਸਲੀ ਦੀ। ਦੋ ਹੀ ਰੂਪ ਚਾਹੀਦੇ ਨੇ। ਗੁਰਬਾਣੀ 'ਚ ਮਨਮੁਖ ਦਾ ਗੁਰਮੁਖ ਦਾ ਦੋਏ ਰੂਪ ਇਕੱਠੇ ਚਿਤਰਨ ਹੋ ਰਹੇ ਨੇ। ਤਾਂ ਹੀ ਜਿਹੜੇ ਲੋਕ ਕਹਿੰਦੇ ਨੇ ਵੀ ਗੁਰਮੁਖ ਦੀ ਗੱਲ ਕਰੇ ਗੁਰਬਾਣੀ, ਮਨਮੁਖ ਦੀ ਕਿਉਂ ਕਰਦੀ ਹੈ, ਉਹਨਾਂ ਨੂੰ ਇਹ ਗੱਲ ਦੀ ਸਮਝ ਨਹੀਂ ਕਿ ਦੋ ਚੀਜ਼ਾਂ ਦਿਖਾਈਆਂ ਬਿਨਾਂ, ਡੁਪਲੀਕੇਟ ਦਿਖਾਏ ਬਿਨਾਂ ਅਸਲ ਦੀ ਕਦਰ ਨਹੀਂ ਹੁੰਦੀ। ਅਸਲ ਦੀ ਪਛਾਣ ਡੁਪਲੀਕੇਟ ਦੇ ਨਾਲ ਹੀ ਹੁੰਦੀ ਹੈ। ਦਿਖਾਉਣਾ ਮੈਂ ਦੇਖੋ, ਆਹ ਦੇਖ, ਆਹ ਦੇਖੋ, ਦੋਹਾਂ 'ਚ ਫਰਕ ਲੱਗਦਾ। ਦੁਕਾਨਦਾਰ ਜੇ ਚੀਜ਼ ਤੁਹਾਨੂੰ ਵੇਚਦਾ ਵਧੀਆ, ਘਟੀਆ ਵੀ ਨਾਲ ਦਿਖਾਉਂਦਾ, ਆਹ ਘਟੀਆ ਵਧੀਆ, ਤਾਂ ਹੀ ਤੁਹਾਨੂੰ ਉਹਦਾ ਪਤਾ ਲੱਗੂ ਵੀ ਇਹ ਵਧੀਆ। ਹਾਂਜੀ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਇੱਥੇ ਵਾਹਿਗੁਰੂ ਜੀ ਕੀ ਫਤਿਹ ਤਾਂ ਹੈ। ਫਤਿਹ ਕਦ ਹੋਣੀ ਹੈ? ਫਤਿਹ ਪਈ ਮਨ ਜੀਤ, ਆਦ ਵਿੱਚੋਂ ਲਈ ਹੋਈ ਹੈ ਗੱਲ। ਫਤਿਹ ਕਾਹਦੇ ਨਾਲ ਹੋਣੀ ਹੈ? ਦੇਗੋ ਤੇਗੋ ਫਤਿਹ।
ਦਊਗਾ ਤੇਗ ਹੋਊਗੀ ਫਤਿਹ। ਦੇਗੋ ਦਊਗਾ, ਤੇਗੋ ਤੇਗ ਤੇਗ ਤੋਂ ਹੋਊਗੀ ਫਤਿਹ। ਫਤਿਹ ਤੇਗ ਬਿਨਾਂ ਨਹੀਂ ਹੋਣੀ। ਗਿਆਨ ਖੜਗ ਬਿਨਾਂ ਮਨ ਜਿੱਤਿਆ ਨਹੀਂ ਜਾਣਾ। ਗਿਆਨ ਖੜਗ ਲੈ ਮਨ ਸੋ ਲੂਝੇ, ਵਿਵੇਕ ਬੁੱਧੀ ਬਿਨਾਂ ਮਨ ਜਿੱਤਿਆ ਨਹੀਂ ਜਾਣਾ। ਵਿਵੇਕ ਮਨ ਦੀ ਬਹੁਤ ਕਹਿੰਦੇ ਨੇ ਸਪੀਡ ਜ਼ਿਆਦਾ ਹੈ। ਵਿਦਵਾਨ ਸਮਝਦੇ ਨੇ ਮਨ ਤੋਂ ਜ਼ਿਆਦਾ ਕਿਸੇ ਚੀਜ਼ ਦੀ ਸਪੀਡ ਨਹੀਂ ਹੈ, ਪਰ ਅਕਲ ਦੀ ਸਪੀਡ ਮਨ ਤੋਂ ਜ਼ਿਆਦਾ ਹੋ ਜਾਂਦੀ ਹੈ। ਵਿਵੇਕ ਬੁੱਧੀ ਦੀ ਸਪੀਡ ਮਨ ਤੋਂ ਜ਼ਿਆਦਾ ਹੈ। ਉਹਨਾਂ ਨੇ ਕਿਹੜਾ ਦੇਖੀ ਹੈ, ਵਿਚਾਰਿਆਂ ਨੇ ਕਦੇ ਸੁਣੀ ਹੈ? ਵਿਦਵਾਨਾਂ ਨੂੰ ਕੀ ਪਤਾ? ਸਾਰੀ ਦੁਨੀਆ ਮੰਨਦੀ ਹੈ ਕਿ ਮਨ ਦੀ ਸਪੀਡ ਬਹੁਤ ਤੇਜ਼ ਹੈ। ਠੀਕ ਹੈ, ਮਨ ਦੀ ਸਪੀਡ ਬਹੁਤ ਤੇਜ਼ ਹੈ, ਪਰ ਜਿਹੜੀ ਬੁੱਧ ਮਨ ਨੂੰ ਘੇਰ ਲੈਂਦੀ ਹੈ ਉਹਦੀ ਸਪੀਡ ਉਹ ਤੋਂ ਜ਼ਿਆਦਾ ਹੁੰਦੀ ਹੈ। ਘੇਰਨ ਵਾਸਤੇ ਘੇਰਨ ਵਾਲੇ ਦੀ ਸਪੀਡ ਜਿਹਨੂੰ ਘੇਰਦਾ ਉਹਨੂੰ ਤੇਜ਼ ਹੋਊਗੀ ਤਾਂ ਘੇਰੂਗਾ, ਨਹੀਂ ਕਰਦਾ ਨਹੀਂ। ਕਹਿੰਦੇ ਮਨ ਤੇ ਤਨ ਤੇਜ ਚਲਿਓ ਜਗ ਮਾਤ ਕੋ। ਜਿਹੜੀ ਜਗ ਮਾਤ ਹੈ ਨਾ, ਉਹਦਾ ਸਰੀਰ ਜਿਹੜਾ ਤਨ ਹੈ ਉਹ ਮਨ ਤੋਂ ਤੇਜ਼ ਚੱਲਦਾ। ਮਨ ਤੇ ਤਨ ਤੇਜ ਚਲਿਓ ਜਗ ਮਾਤ ਕੋ, ਦਾਮਨ ਨਹੀਂ ਜਾਣ ਚਲੇ ਘਣ ਮੈਂ। ਬੱਦਲਾਂ ਦੇ ਪਿਛਲੇ ਪਾਸੇ ਦੀ ਬਿਜਲੀ ਆ ਜਾ ਲਸ਼ਕਦੀ ਹੈ, ਪਿਛਲੇ ਪਾਸੇ ਦੀ ਇੱਧਰ ਜਾ ਲਸ਼ਕਦੀ ਹੈ। ਜਿੱਧਰ ਮਨ ਨੂੰ ਮੂੰਹ ਮੋੜਦਾ ਮੂਹਰੇ ਤੇ ਘੇਰ ਲੈਂਦੀ ਹੈ ਵਿਵੇਕ ਬੁੱਧੀ, ਘੇਰਦੀ ਹੈ ਨਾ। ਹੁਣ ਇਹ ਵਿਵੇਕ ਬੁੱਧੀ ਨੇ ਘੇਰ ਲੈਣੇ ਨੇ, ਸਾਰੇ ਵਿਦਵਾਨ ਤਕੜੇ ਹੋ ਜਾਣ, ਜਿੱਧਰੋਂ ਮਰਜ਼ੀ ਭੱਜ ਲੈਣੇ। ਵਿਦਵਾਨਾਂ ਨੇ ਭੱਜਣਾ, ਬਹੁਤ ਰਾਹ ਕੱਢਣੇ ਨੇ, ਇਹ ਘਿਰ ਜਾਣੇ ਨੇ, ਘਿਰੇ ਹੋਏ ਹੀ ਨੇ। ਜਿਹਨੇ ਆਪਣਾ ਮਨ ਘੇਰ ਲਿਆ, ਜਿੱਤ ਲਿਆ, ਉਹ ਸਾਰਿਆਂ ਦਾ ਜਿੱਤ ਲੈਂਦਾ। ਜਿਹਨੂੰ ਗੁਰਬਾਣੀ ਦੀ ਸਮਝਿਆ, ਕਿਸੇ ਦਾ ਮਨ ਛੱਡਦਾ ਹੀ ਨਹੀਂ ਜਿੱਤਣ ਤੋਂ। ਸਾਰੇ ਵਿਦਵਾਨਾਂ ਦਾ ਪਤਾ ਸਾਨੂੰ, ਜਿੱਥੇ ਕਹਿੰਦਾ ਜਿੰਨਾ ਕੁ ਦਾਮ ਹੈ ਪਤਾ। ਕਿਸੇ ਕੋਲ ਕੁਛ ਨਹੀਂ ਹੈ ਇਹਨਾਂ ਕੋਲ। ਜਿਹਦੇ ਕੋਲ ਹੈਗਾ ਆ ਜਾਵੇ ਮੈਦਾਨ 'ਚ, ਜਦ ਮਰਜੀ ਜਿੱਥੇ ਮਰਜੀ ਹੋਵੇ, ਚਰਚਾ ਕਰੇ। 1-2 ਮਿੰਟ ਦੇ ਵਿੱਚ ਹੀ ਹਥਿਆਰ ਛੱਡ ਕੇ ਭੱਜੂਗਾ। 2 ਮਿੰਟ 'ਚ ਆ 2-2 ਮਿੰਟ 'ਚ ਹਥਿਆਰ ਛੱਡ ਕੇ ਭੱਜੇ ਨੇ ਸਾਰੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਸੀ। 2 ਮਿੰਟ 'ਚ ਦੇਖਿਆ ਉੱਥੇ ਪਾਣੀ ਕਿਵੇਂ ਮੰਗਦਾ ਸੀ। ਹਾਰਟ ਅਟੈਕ ਹੋ ਜਾਣਾ ਸੀ ਉਹ ਬੰਦੇ ਨੂੰ। ਇਹ ਜੋਗਿੰਦਰ ਸਿੰਘ ਨੇ ਸੱਦਿਆ। ਮੀਂਹ ਪੈਂਦਾ ਜਿੱਥੇ ਕਹਿੰਦਾ ਸਭ ਤੋਂ ਵੱਡਾ ਸਤਿਗੁਰੂ ਨਾਨਕ। ਜਦ ਉਹਨੂੰ ਪਤਾ ਲੱਗਿਆ, ਸਾਬਤ ਕੀਤਾ ਵੀ ਇਹ ਗੱਲ ਝੂਠ ਹੈ, ਸਭ ਤੋਂ ਵੱਡਾ ਸਤਿਗੁਰੂ ਨਾਨਕ, ਵਿਆਕੁਲ ਹੋ ਗਿਆ। ਪਿੰਡਰਾਂ ਵਾਲਿਆਂ ਦਾ ਬੰਦਾ ਸੀ। ਉਹ ਕਹਿੰਦਾ ਮੈਨੂੰ ਛੇਤੀ ਪਾਣੀ ਦਿਓ। ਉਹਨੇ ਲਿਮਕਾ ਕੱਢ ਕੇ ਦਿੱਤਾ, ਤਾਂ ਵਜ੍ਹਾ ਹਾਰਟ ਅਟੈਕ ਹੋ ਜਾਣਾ ਸੀ। ਯਾਨੀ ਜਿਹੜੀ ਥਮੀ ਸੀ ਅੰਦਰ ਸਾਰੀ ਨਿਕਲ ਗਈ, ਸਾਰਾ ਹੰਕਾਰ ਟੁੱਟ ਗਿਆ। ਓਏ ਨਾਨਕ ਦਾ ਬੋਲ ਰਿਹਾ, ਉਹਨੂੰ ਕਿਹਾ ਜੇ ਅਸੀਂ ਕਹਾਂਗੇ ਸਭ ਤੋਂ ਵੱਡਾ ਸਤਿਗੁਰੂ ਨਾਨਕ, ਅਸੀਂ ਕਹਿ ਰਹੇ ਹਾਂ ਨਾ ਵੱਡਾ, ਫਿਰ ਬਾਣੀ ਨਾਨਕ ਦੀ ਨਹੀਂ ਰਹੀ, ਸਾਡੀ ਹੋ ਗਈ ਬਾਣੀ। ਫਿਰ ਤਾਂ ਗੁਰਬਾਣੀ ਤਾਂ ਸਾਡੀ ਹੋ ਗਈ ਨਾ। ਅਸੀਂ ਕਹਿ ਰਹੇ ਹਾਂ ਨਾ ਸਭ ਤੋਂ ਵੱਡਾ ਸਤਿਗੁਰੂ ਨਾਨਕ, ਫਿਰ ਤੁਰਕੀ ਬਾਣੀ ਤਾਂ ਨਾ ਰਹੀ। ਨਾਨਕ ਦਾ ਆਪ ਉਚਾਰਨ ਕਰ ਰਿਹਾ, ਸਭ ਤੋਂ ਵੱਡਾ ਸਤਿਗੁਰ ਨਾਨਕ। ਨਾਨਕ ਕਹਿ ਰਿਹਾ ਸਭ ਤੋਂ ਵੱਡਾ ਸਤਿਗੁਰ ਹੈ। ਉਹ ਕਿਹੜਾ ਸਤਿਗੁਰ ਹੈ? ਜਿਹਨੇ ਸੱਚ ਦਾ ਗਿਆਨ ਹਾਸਲ ਕਰ ਲਿਆ, ਸਤਿਗੁਰ ਹੈ। ਸਤਿਪੁਰਖ ਜਨ ਜਾਣਿਆ, ਸਤਿਗੁਰ ਤਿਸ ਕਾਰਨੋ ਚਿੰਨ ਕਲ ਰੱਖ। ਨਾਨਕ ਦਾ ਗਵਾਹੀ ਦੇ ਰਿਹਾ ਹੈ। ਨਾਨਕ ਦਾ ਇਹ ਚੀਜ਼ ਦਾ ਗਵਾਹ ਹੈ ਵੀ ਸਤਿਗੁਰ ਸਭ ਤੋਂ ਵੱਡਾ ਹੁੰਦਾ। ਸਤਿਗੁਰ ਨਾਨਕ ਦੇ ਅੰਦਰ ਲੈ, ਸਤਿਗੁਰ ਨਾਨਕ ਆਪ ਨਹੀਂ ਹੈ। ਨਾਨਕ ਉਹ ਹੈ ਜਿਹਨੇ ਜਨਮ ਲਿਆ ਸੀ। ਜਦੋਂ ਮਰ ਜਾਂਦਾ, ਜਿਹਨੇ ਜਨਮ ਲਿਆ ਸੀ ਉਹ ਸਰੀਰ ਛੱਡ ਦਿੰਦਾ, ਫਿਰ ਸਤਿਗੁਰ ਦਾ ਜਨਮ ਹੁੰਦਾ। ਸਤਿਗੁਰ ਕੇ ਜਨਮ ਹੈ ਗਗਨ ਮਿਟਾਇਆ ਵੀ ਤਾਂ ਨਾਨਕੇ ਕਹਿੰਦੇ। ਉਹ ਸਤਿਗੁਰ ਤਾਂ ਬਾਅਦ ਚ ਜੰਮਦਾ ਹੁੰਦਾ, ਸਰੀਰ ਨਾਲ ਨਹੀਂ ਜੰਮਦਾ ਹੁੰਦਾ। ਸਤਿਗੁਰ ਦੇ ਲੈ ਕੇ ਨਹੀਂ ਜੰਮਦਾ ਹੁੰਦਾ। ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਨਹੀਂ, ਵਿਦਵਾਨਾਂ ਨੂੰ, ਜਦ ਉਹਨਾਂ ਨੂੰ ਸਮਝ ਆਉਣੀ ਹੈ, ਉਹਨਾਂ ਨੇ ਥੰਮੀ ਨਿਕਲ ਜਾਣੀ। ਉਹਨਾਂ ਦੀ ਹੰਕਾਰ ਦੀ ਜਿਹੜੀ ਥੰਮੀ ਖੜੀ ਹੈ ਨਾ ਦਿਮਾਗ 'ਚ, ਸਭ ਨਿਕਲ ਜਾਣੀ ਉਹਨਾਂ ਦੀ। ਉਹਨਾਂ ਨੂੰ ਕੀ ਪਤਾ ਇਹ ਕਹਾਣੀ ਕੀ ਹੈ? ਇਹ ਤਾਂ ਰਾਜਾ ਰਾਮ ਕੀ ਕਹਾਣੀ ਹੈ। ਕਬੀਰ ਕਹਿੰਦਾ ਜਾਣੀ ਜਾਣੀ ਰੇ ਰਾਜਾ ਕਬੀਰ ਵਰਗਾ ਇੱਕ ਵੀ ਵਿਦਵਾਨ ਨਹੀਂ ਇਹਨਾਂ 'ਚ। ਕਿੱਡਾ ਗ੍ਰੰਥ ਲਿਖਿਆ, ਲਿਖ ਕੇ ਦਿਖਾਉਣੇ। ਜਿਹੜਾ ਗ੍ਰੰਥ ਰੱਦ ਹੋ ਗਿਆ ਕਬੀਰ ਦਾ, ਉਹੋ ਜਿਹਾ ਲਿਖ ਕੇ ਦਿਖਾਵੇ ਕੋਈ ਪਹਿਲਾਂ ਇਹਨਾਂ 'ਚੋਂ।
ਉਹ ਜਿਹਾ ਗ੍ਰੰਥ ਲਿਖ ਕੇ ਦਿਖਾਵੇ ਪਹਿਲਾਂ ਜਿਹੜਾ ਕਬੀਰ ਨੇ ਰੱਦ ਕਰਤਾ। ਗੁਰਬਾਣੀ ਤਾਂ ਬਾਅਦ ਚ ਲਿਖੀ ਹੈ ਨਾ। ਜਿਹੜਾ ਪਹਿਲਾ ਕਾਸ਼ੀ 'ਚ ਲਿਖਿਆ, ਜਿਹਨੂੰ ਕਹਿੰਦਾ ਸਗਲ ਜਨਮ ਸ਼ਿਵਪੁਰੀ ਗਵਾਇਆ, ਉਹਦਾ ਹੀ ਅਰਥ ਕਰਕੇ ਦਿਖਾ ਦੇਣ ਇਹ ਵੱਡੇ ਵਿਦਵਾਨ ਜਿਹੜੇ ਆਪਣੇ ਨੂੰ ਕਹਾਉਂਦੇ ਨੇ। ਉਦੋਂ ਕਬੀਰ ਅਗਿਆਨੀ ਸੀ, ਖੁਦ ਮੰਨਦਾ ਉਹ ਕਹਿੰਦਾ ਸਗਲ ਜਨਮ ਸ਼ਿਵਪੁਰੀ ਗਵਾਇਆ, ਉਹ ਜਨਮ ਤਾਂ ਮੈਂ ਗਵਾ ਲਿਆ ਸ਼ਿਵਪੁਰੀ ਸਾਰਾ। ਉਦੋਂ ਬਾਅਦ ਮਗਰ ਗਿਆ ਤਾਂ ਉਹਨੂੰ ਗਿਆਨ ਹੋਇਆ। ਇਹ ਕਿਹੜੇ ਬਾਗ ਦੀ ਮੂਲੀ ਨੇ ਵਿਦਵਾਨ? ਐਵੇਂ ਝੱਖ ਮਾਰੀ ਜਾਂਦੇ ਨੇ ਖਾਮ ਖਾ ਬੇਮਤਲਬ। ਨਾਲੇ ਵਿਦਵਾਨਾਂ ਦਾ ਵਿਸ਼ਾ ਹੀ ਨਹੀਂ ਹੈ। ਵਿਦਵਾਨਾਂ ਦਾ ਵਿਸ਼ਾ ਹੁੰਦਾ ਸੰਸਾਰ। ਵਿਦਵਾਨ ਸੰਸਾਰੀ ਆਦਮੀ ਹੁੰਦੇ ਨੇ, ਸੰਸਾਰ ਦੀਆਂ ਗੱਲਾਂ ਦਾ ਵਿਸ਼ਾ ਹੁੰਦੇ ਨੇ। ਇਹ ਸੰਸਾਰ ਤੋਂ ਪਰੇ ਦੀ ਗੱਲ ਹੈ, ਵਿਦਵਾਨਾਂ ਦਾ ਵਿਸ਼ਾ ਹੀ ਨਹੀਂ ਹੈ। ਇਹ ਵਿਸ਼ਾ ਗੁਰਮੁਖਾਂ ਦਾ। ਉਹ ਗੁਰਮੁਖਾਂ ਵਾਸਤੇ ਕਿਹਾ ਹੈ, ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਵਿਦਵਾਨ ਨੂੰ ਕਦੋਂ ਕਿਹਾ ਵਿਚਾਰ ਨੂੰ? ਵਿਦਵਾਨ ਹੁੰਦਾ ਪੰਡਤ, ਮੂਰਖ ਪੰਡਤ, ਹਿਕਮਤ ਹੁਜਤ ਸੰਜੇ ਧਰੇ ਪਿਆਰ। ਹਿਕਮਤ ਹੁਜਤ ਤੇ ਬਿਨਾਂ ਵਿਦਵਾਨ ਕੋ ਹੁੰਦਾ ਹੀ ਕੁਝ ਨਹੀਂ, ਕੁਛ ਨਹੀਂ ਹੁੰਦਾ ਨਾ। ਆਪ ਵਿੱਚ ਲੜੀ ਜਾਂਦੇ ਨੇ, ਦੋ ਧੜੇ ਨੇ ਵਿਦਵਾਨਾਂ ਦੇ, ਕੈਲੰਡਰ ਤੇ ਲੜੀ ਜਾਂਦੇ ਨੇ। ਬਟਾਊ ਕੌਣ ਲੜਾਈ ਨੂੰ? ਬਟਾਊ ਵੀ ਵਿਵੇਕ ਬੁੱਧੀ। ਜੋ ਗਿਆਨ ਖੜਕਾਊ ਨਾ ਮੈਦਾਨ 'ਚ, ਸਾਰੇ ਭੱਜ ਲੈਣਗੇ। ਆਹ ਹੀ ਗੱਲ ਹੈ, ਚੰਡੀ ਪ੍ਰਗਟ ਹੁੰਦੀ ਹੈ। ਦੇਵਤੇ ਰਾਖਸ਼ਾਂ ਦੀ ਜਿਹੜੀ ਲੜਾਈ ਹੈ ਨਾ, ਵਿਦਵਾਨ ਦੋ ਕਿਸਮ ਦੀ, ਇਹ ਲੜਾਈ ਦੀ ਉਦੋਂ ਖਤਮ ਹੁੰਦੀ ਹੈ ਲੜਾਈ। ਦੋ ਹੀ ਝੂਠੇ ਨੇ ਵਿਦਵਾਨ। ਜਿਹੜੇ ਦਸਮ ਗ੍ਰੰਥ ਦੇ ਹੱਕ 'ਚ ਨੇ ਉਹ ਵੀ ਝੂਠੇ ਨੇ, ਅਗਿਆਨੀ ਨੇ। ਅਗਿਆਨੀ ਨੇ, ਝੂਠੇ ਤਾਂ ਨਹੀਂ ਕਹਿ ਸਕਦੇ ਉਹਨਾਂ ਨੂੰ, ਅਗਿਆਨੀ ਨੇ। ਜਿਹੜੀਆਂ ਉਹ ਦਲੀਲਾਂ ਦਿੰਦੇ ਨੇ ਗਲਤ ਦਿੰਦੇ ਨੇ। ਨਾ ਉਹਨਾਂ ਨੂੰ ਆਦਿ ਗੁਰੂ ਗ੍ਰੰਥ ਸਾਹਿਬ ਦੀ ਸਮਝ ਹੈ, ਜਾਂ ਆਦਿ ਦੀ ਸਮਝ ਨਹੀਂ, ਦਸਮ ਦੀ ਸਮਝ ਆਉਣੀ ਕਿੱਥੋਂ? ਦੋ ਹੀ ਅਗਿਆਨੀ ਨੇ। ਹੱਕ ਵਾਲੇ ਵੀ ਅਗਿਆਨੀ ਨੇ, ਦੂਏ ਵੀ ਅਗਿਆਨੀ ਨੇ। ਹੱਕ ਵਾਲਿਆਂ 'ਚ ਸ਼ਰਧਾ ਹੈ, ਸਿਰਫ ਭਰੋਸਾ ਹੈ ਨਹੀਂ। ਭਰੋਸਾ ਉਹਨਾਂ 'ਚ ਵੀ ਨਹੀਂ ਹੈ। ਆਹ ਜਿਹੜੇ ਦੂਏ ਖਿਲਾਫ ਵਾਲੇ ਨੇ ਤਾਂ ਬਿਲਕੁਲ ਨਾਸਤਕ ਨੇ। ਖਿਲਾਫ ਵਾਲੇ ਤਾਂ ਨਾਸਤਕ ਨੇ ਬਿਲਕੁਲ। ਆਪਣੀ ਖੋਜ ਹੈ ਨਹੀਂ, ਕਿਸੇ ਦੀ ਖੋਜ ਭਾਲਦੇ ਨੇ। ਵੀ ਤੁਸੀਂ ਸਾਬਤ ਕਰੋ ਜੀ ਵੀ ਦਸਮ ਗ੍ਰੰਥ ਦਸਮ ਪਾਤਸ਼ਾਹ ਦਾ, ਤੁਸੀਂ ਆਪ ਸਾਬਤ ਕਰੋ ਜੀ ਹੈ ਨਹੀਂ। ਉਹ ਸਾਬਤ ਕਰ ਦੇਣ ਵੀ ਹੈ ਨਹੀਂ। ਅੱਜ ਜਿੱਥੇ ਹੀ ਹੈ ਨਹੀਂ, ਦਸਮ ਪਾਤਸ਼ਾਹ ਦੀ ਕਿਰਤ ਹੈ ਨਹੀਂ, ਇਹ ਸਾਬਤ ਹੋ ਗਿਆ। ਇਹ ਹੈ ਨਹੀਂ ਸਾਬਤ ਹੋਇਆ, ਨਹੀਂ ਸਾਬਤ ਕਰ ਸਕਿਆ ਕੋਈ ਹੈ ਨਹੀਂ। ਕਿਸ ਗਰਾਊਂਡ ਤੇ ਕਹਿੰਦੇ ਤੁਸੀਂ ਹੈ ਨਹੀਂ? ਕਿਸੇ ਨੇ ਸ਼ੰਕਾ ਖੜੀ ਕਰਤੀ, ਉਹਦੀ ਸ਼ੰਕਾ ਤੁਸੀਂ ਮੰਨ ਲਈ। ਸਾਬਤ ਤਾਂ ਨਹੀਂ ਹੋ ਸਕਿਆ ਅੱਜ ਤਾਈਂ ਵੀ ਹੈ ਨਹੀਂ। ਸਾਬਤ ਤਾਂ ਨਹੀਂ ਹੋ ਸਕਿਆ ਵੀ ਪ੍ਰਮਾਤਮਾ ਹੈ, ਪਰਮੇਸ਼ਰ ਹੈ ਨਹੀਂ। ਅੱਜ ਤੱਕ ਕਹਿੰਦੇ ਨੇ ਲੋਕ ਹੈ ਨਹੀਂ। ਕਹੀ ਜਾਣ ਕੀ ਫਰਕ ਪੈਂਦਾ? ਨਹੀਂ ਮੰਨਦੀ ਦੁਨੀਆ ਉਹਨਾਂ ਦੀ ਗੱਲ ਕਦੇ ਵੀ। ਉਹਦੀ ਮੈਨੂੰ ਜਿਹੜਾ ਸਾਬਤ ਕਰੂਗਾ। ਹੁਣ ਸਾਬਤ ਕਰਨ ਦੀ ਗੱਲ ਆ ਗਈ, ਪ੍ਰੂਫ ਦੇਣ ਦੀ ਗੱਲ ਆ ਗਈ, ਸਭ ਕੁਝ ਸਾਬਤ ਹੋ ਜਾਣਾ। ਸ਼ੁਰੂ ਕਰਦੇ ਹਾਂ ਅਰਦਾਸ ਤੋਂ। ਇਹ ਅਰਦਾਸ ਕਿਉਂ ਲਈ ਹੈ ਪੌੜੀ? ਇਹ ਪੌੜੀ ਅਰਦਾਸ ਕਿਉਂ ਲਈ ਹੈ? ਇਹ ਮਾਤਾ ਸਰੂਪ ਹੈ ਬਾਣੀ। ਅਸਲ ਦੇ ਵਿੱਚ ਇਹ ਜਿਹੜੀ ਹੈ ਨਾ ਦਸਮ ਦੀ ਬਾਣੀ, ਦਸਮ ਦੀ, ਇਹ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਵਿਚਾਰਧਾਰਾ ਹੈ ਨਾ, ਉਹਦੀ ਉਸਤਤੀ ਕਰਦੀ ਹੈ। ਗੁਰਮਤਿ ਦੀ ਉਸਤਤੀ ਕਰਦੀ ਹੈ। ਆਦਿ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਹੈ, ਤੁਰਕੀ ਬਾਣੀ, ਇਹ ਗੁਰੂ ਦੀ ਉਸਤਤੀ ਕਰਦੀ ਹੈ, ਪਰਮੇਸ਼ਰ ਦੀ ਉਸਤਤੀ ਕਰਦੀ ਹੈ। ਇਹ ਤੁਰਕੀ ਬਾਣੀ ਦੀ ਉਸਤਤੀ ਕਰਦੀ ਹੈ। ਗੁਰਬਾਣੀ ਗੁਰਮਤਿ ਦੀ ਉਸਤਤੀ ਹੈ, ਇੱਕ ਗੁਰੂ ਦੀ ਉਸਤਤੀ ਹੈ, ਇੱਕ ਗੁਰਮਤਿ ਦੀ, ਗੁਰੂ ਕੀ ਮਤ ਦੀ ਉਸਤਤੀ ਹੈ। ਗੁਰੂ ਕੀ ਜਿਹੜੀ ਕਿਰਤ ਹੈ ਨਾ, ਗੁਰੂ ਦੀ ਜਿਹੜੀ ਸ਼ਕਤੀ ਹੈ ਪ੍ਰਗਟ ਰੂਪ ਵਿੱਚ, ਉਹਦੀ ਵਡਿਆਈ ਹੈ। ਉਹ ਸ਼ਕਤੀ ਦੀ ਵਡਿਆਈ ਹੈ ਗੁਰਮਤਿ। ਇਹ ਚੰਡੀ ਉਹਦੀ ਸ਼ਕਤੀ ਹੈ। ਉਹ ਆਪ ਕੌਣ ਹੈ? ਆਪ ਹੈ ਸ਼ਿਵ। ਸ਼ਿਵ ਸ਼ਕਤੀ ਆਪ ਉਹ ਪਾਇਆ ਕੇ ਕਰਤਾ ਆਪੇ ਹੁਕਮ ਵਰਤਾ ਰਿਹਾ। ਜਿਹੜਾ ਹੁਕਮ ਵਰਤਾ ਰਿਹਾ ਕਰਤਾ, ਸ਼ਕਤੀ ਉਹ ਪਾਈ ਹੈ। ਉਹ ਸ਼ਕਤੀ ਦਾ ਨਾਮ ਚੰਡੀ ਹੈ। ਸ਼ਕਤੀ ਨੇ ਸਭ ਕੁਝ ਪੈਦਾ ਕੀਤਾ। ਸ਼ਕਤੀ ਨੇ ਪੈਦਾ ਕੀਤਾ ਨਾ।
ਸ਼ਕਤੀ ਦਾ ਨਾਮ ਚੰਡੀ ਹੈ। ਸ਼ਕਤੀ ਦਾ ਨਾਮ ਹੀ ਚੰਡੀ ਹੈ। ਸ਼ਕਤੀ ਹੀ ਸਾਨੂੰ ਗਿਆਨ ਦੇ ਰਹੀ ਹੈ, ਭਰਮ ਦਾ ਨਾਸ਼ ਕਰ ਰਹੀ ਹੈ। ਇਹਦੇ ਨਾਲ ਅਸੀਂ ਸਾਰੀਆਂ ਪੌੜੀਆਂ ਚੜ੍ਹੇ ਹਾਂ। ਜੇ ਪ੍ਰਾਇਮਰੀ ਸਕੂਲ ਨਾ ਹੋਣ ਤਾਂ ਕਾਲਜਾਂ ਦੇ ਵਿੱਚ ਕੌਣ ਜਾਵੇ, ਕਾਲਜ ਤੱਕ ਕੌਣ ਪਹੁੰਚੇ? ਪ੍ਰਾਇਮਰੀ ਸਕੂਲ ਹੋਣੇ ਜ਼ਰੂਰੀ ਨੇ। ਜਿਹੜੇ ਪਹਿਲੇ ਧਰਮ ਨੇ ਉਹ ਵੀ ਹੋਣੇ ਜ਼ਰੂਰੀ ਨੇ। ਨਿਚਲੀਆਂ ਕਲਾਸਾਂ ਹੋਣੀਆਂ ਜ਼ਰੂਰੀ ਨੇ। ਬਾਕੀ ਸਭ ਨਿਚਲੇ ਧਰਮ ਨੇ। ਫਾਈਨਲ ਦੀ ਕਲਾਸ ਜਿਹੜੀ ਹੈਗੀ ਹੈ ਇਹ ਗੁਰਮਤਿ ਹੈ। ਇਹ ਆਖਰੀ ਪੌੜੀ ਹੈ। ਥੱਲੇ ਦੀਆਂ ਪੌੜੀਆਂ ਵੀ ਨੇ। ਸਾਰੀਆਂ ਜੂਨਾਂ ਦੇ ਵਿੱਚ ਗਿਆਨ ਹੋਇਆ ਇਹਨੂੰ ਜੀਵਨ। ਹਰ ਜੂਨ ਦੇ ਵਿੱਚ ਗਿਆਨ ਹੋਇਆ। ਡਿਵੈਲਪ ਹੋ ਕੇ ਆਦਮੀ ਹੋਇਆ। ਆਦਮੀ ਦੀ ਜੂਨ ਦੇ ਵਿੱਚ ਗਿਆਨ, ਆਤਮ ਗਿਆਨ ਲੈ ਕੇ ਇਹ ਆਪਣੇ ਅਸਲ ਰੂਪ ਦੇ ਵਿੱਚ ਟਿਕ ਜੂਗਾ। ਆਪਣੇ ਨਿਜ ਘਰ ਦੇ ਵਿੱਚ ਵਸ ਜੂਗਾ, ਟਿਕ ਜੂਗਾ। ਇਹ ਹੈ ਗੁਰਮਤਿ। ਗੁਰਮਤਿ ਨਾਲ ਟਿਕਣਾ। ਭਾਣੇ 'ਚ ਹੁਕਮ 'ਚ ਚੱਲ ਕੇ ਟਿਕਣਾ। ਹੁਕਮ ਨੂੰ ਬੁੱਝ ਕੇ ਟਿਕਣਾ। ਹੁਕਮ ਦਾ ਦੁਆ ਨਾ ਹੈ ਚੰਡੀ ਹੈ ਅਸਲ 'ਚ। ਕਿਉਂ ਪਿਤਾ ਵੀ ਹੈ, ਮਾਤਾ ਵੀ ਹੈ। ਚਾਹੇ ਉਹਨੂੰ ਹੁਕਮ ਕਹਿ ਲੋ, ਪਿਤਾ ਰੂਪ ਹੋ ਗਿਆ। ਵਿਚਾਰਧਾਰਾ ਕਹਿ ਲੋ, ਮਾਤਾ ਰੂਪ ਹੋ ਗਈ। ਕੋਈ ਫਰਕ ਨਹੀਂ ਹੈ। ਦੋ ਜਦ ਹੁੰਦੇ ਨੇ ਜਾਂ ਮਨੁੱਖਾ, ਜਦ ਮਿੱਟੀ ਦਾ ਸਰੀਰ ਹੋਵੇ ਨਾ, ਪੰਜ ਤੱਤ ਦਾ, ਫਿਰ ਤਾਂ ਇਹਦੇ ਦੋ ਨਾਂ ਨੇ, ਰੂਪ ਵੀ ਦੋ ਨੇ। ਇਹਦੇ ਨਾਂ ਦੋ ਨੇ, ਰੂਪ ਇੱਕੋ ਹੀ ਹੈ। ਨਿਰਾਕਾਰੀ ਦੁਨੀਆ ਦੇ ਵਿੱਚ ਇੱਕ ਚੀਜ਼ ਦੇ ਹੀ ਦੋ ਨਾਂ ਹੁੰਦੇ ਨੇ, ਮਾਤਾ ਵੀ ਪਿਤਾ ਵੀ। ਇਸਤਰੀ ਲਿੰਗ ਪੁਲਿੰਗ ਉਹਦੇ ਨਾਲੇ ਆਉਂਦੇ ਨੇ। ਭਰਮ ਦੇ ਵਾਸਤੇ ਪੁਲਿੰਗ ਵੀ ਵਰਤਿਆ ਗਿਆ ਸ਼ਬਦ ਹੈ, ਇਸਤਰੀ ਲਿੰਗ ਵੀ ਵਰਤਿਆ। ਦੋਏ ਸ਼ਬਦ ਆਉਂਦੇ ਨੇ ਗੁਰਬਾਣੀ 'ਚ, ਕਿਉਂਕਿ ਨਾ ਉਹਦਾ ਵਜੂਦ ਤਾਂ ਕੋਈ ਹੈ ਨਹੀਂ। ਉਹ ਦੋਏ ਲਫ਼ਜ਼ ਵਰਤੇ ਜਾਂਦੇ ਹੁੰਦੇ ਨੇ। ਇੱਥੇ ਆਇਆ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਫਤਿਹ ਕਿਹਦੀ ਹੋਣੀ ਹੈ? ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਦ ਮਨ ਜਿੱਤਿਆ ਜਾਣਾ ਨਾ, ਬਸ ਉਹਦੀ ਕਿਰਪਾ ਨਾਲ ਹੀ ਜਿੱਤਿਆ ਜਾਣਾ। ਫਤਿਹ ਮੇਰੀ ਨਹੀਂ ਹੋਣੀ, ਫਤਿਹ ਉਹਦੀ ਹੋਣੀ। ਫਤਿਹ ਜਿਹੜੀ ਸੰਸਾਰ 'ਚ ਵੀ ਕਰਦੇ ਸੀ, ਇਹ ਤਾਂ ਕਿਹਾ ਸੀ ਕਿਤੇ ਇਹਨਾਂ ਨੂੰ ਹੰਕਾਰ ਨਾ ਹੋ ਜਾਵੇ। ਜੇ ਕਿਤੇ ਜਦੋਂ ਸੰਪਾਸ਼ਾ ਨੇ ਭਵਾਨੀ ਸਾਹਿਬ ਦਾ ਯੁੱਧ ਜਿੱਤਿਆ, ਉੱਥੇ ਉਹ ਲਿਖ ਰਹੇ ਨੇ, ਕਹਿੰਦੇ ਭਈ ਜੀਤ ਮੇਰੀ ਕਿਰਪਾ ਕਾਲ। ਦੇਖੋ ਤੇ ਫਤਿਹ ਨਹੀਂ ਲਿਖਿਆ, ਜੀਤ ਲਿਖਿਆ। ਜੀਤ ਲਿਖਿਆ ਕਿਉਂਕਿ ਮਨ ਜਿੱਤੇ ਤੇ ਫਤਿਹ ਹੋਣੀ। ਫਤਿਹ ਭਈ ਮਨ ਜੀਤ। ਉੱਥੇ ਬੰਦੇ ਜਿੱਤੇ ਨੇ, ਬੰਦੇ ਭੱਜੇ ਨੇ, ਉੱਥੇ ਫਤਿਹ ਨਹੀਂ ਲਿਖਿਆ। ਅਸੀਂ ਉਹਨੂੰ ਫਤਿਹ ਕਰਨ ਲੱਗੇ। ਭਈ ਜੀਤ ਮੇਰੀ ਕਿਰਪਾ ਕਾਲ ਕੇਰੀ। ਮੈਂ ਆਪਣੀ ਤਾਕਤ ਨਾਲ ਨਹੀਂ ਜਿੱਤਿਆ, ਕਾਲ ਦੀ ਕਿਰਪਾ ਨਾਲ, ਪਰਮੇਸ਼ਰ ਦੀ ਕਿਰਪਾ ਨਾਲ ਜਿੱਤਿਆ। ਉਹਦੀ ਆਗਿਆ ਨਾਲ ਜਿੱਤਿਆ, ਹੁਕਮ ਨਾਲ ਜਿੱਤਿਆ, ਭਾਣੇ ਨਾਲ ਜਿੱਤਿਆ। ਸ੍ਰੀ ਭਗਉਤੀ ਜੀ ਸਹਾਇ। ਸਹਾਇਤਾ ਕਿਹਦੀ ਹੈ? ਸ੍ਰੀ ਭਗਉਤੀ ਦੀ। ਭਗਉਤੀ ਕੀ ਹੈ? ਭਗਉਤੀ ਭਗਤ ਭਗਵੰਤ ਕਾ ਰੰਗ, ਸਗਲ ਤਿਆਗਾ ਦੁਸ਼ਟ ਕਾ ਸੰਗ। ਭਗਉਤੀ ਗੁਰਮਤਿ ਹੈ। ਗੁਰਮਤਿ ਦੀ ਕਿਰਪਾ, ਗੁਰਮਤਿ ਦਾ ਸਿਰ ਤੇ ਹੱਥ ਰਹੇ, ਮਦਦ ਰਹੇ ਤਾਂ ਸਾਰੇ ਪਾਸੇ ਜਿੱਤੇ ਜਿੱਤ ਹੈ। ਵਾਰ ਸ੍ਰੀ ਭਗਉਤੀ ਜੀ ਕੀ। ਸ੍ਰੀ ਭਗਉਤੀ ਜੀ ਦੀ ਵਾਰ ਲਿਖਦੇ ਨੇ। ਵਾਰ ਕਵਿਤਾ ਦੀ ਸਟਾਈਲ ਹੈ, ਉਹਦਾ ਨਾਮ ਵਾਰਾਂ। ਆਪਣੇ ਗੁਰੂ ਗ੍ਰੰਥ ਸਾਹਿਬ ਵੀ ਵਾਰਾਂ ਨੇ। ਵਾਰ ਹੁੰਦਾ ਹਮਲਾ ਕਰਦੀ ਹੈ ਭਗਉਤੀ ਕਿਤੇ ਵਕਾਰਾਂ ਤੇ। ਜਿੱਤ ਪ੍ਰਾਪਤ ਹੁੰਦੀ ਹੈ ਤਾਂ ਵਾਰਾਂ 'ਚ ਹੁੰਦੀ ਹੈ। ਲੜਾਈ ਲਿਖੀ ਜਾਂਦੀ ਹੈ, ਵਾਰਾਂ 'ਚ ਲਿਖੀ ਜਾਂਦੀ ਹੈ। ਪਾਤਸ਼ਾਹੀ ਦਸਵੀਂ। ਪਾਤਸ਼ਾਹੀ ਦਸਵੀਂ ਹੈ, ਸਾਰੇ ਪਾਤਸ਼ਾਹੀ ਨੇ। ਨਾਨਕ ਵੀ ਪਾਤਸ਼ਾਹ। ਜਾਂ ਰਾਜ ਅਵਨਾਸ਼ੀ ਮਿਲ ਗਿਆ, ਸਾਰੇ ਪਾਤਸ਼ਾਹ ਨੇ। ਅਵਨਾਸ਼ੀ ਰਾਜ ਲਿਆ 10ਵੇਂ ਨੰਬਰ ਤੇ, 10ਵੀਂ ਲਿਖਿਆ, ਆਪਣਾ ਨਾਮ ਨਹੀਂ ਲਿਖਿਆ। ਜਿਵੇਂ ਮਹੱਲਾ 10ਵਾਂ ਨਹੀਂ ਲਿਖਿਆ, ਪਾਤਸ਼ਾਹੀ 10ਵੀਂ ਲਿਖਦਾ।
ਉੱਥੇ ਮਹੱਲਾ 9ਵਾਂ ਲਿਖਿਆ, ਮਹੱਲਾ 10ਵਾਂ। ਮਹੱਲੇ ਦੀ ਜਗ੍ਹਾ ਪਾਤਸ਼ਾਹੀ 10ਵੀਂ ਲਿਖਤਾ, ਕਿਉਂਕਿ ਭਗਉਤੀ ਹੈ ਨਾ, ਤਲਵਾਰ ਪਾਈ ਹੋਈ ਹੈ ਨਾ। ਪੌੜੀ, ਇੱਥੇ ਪੌੜੀ ਸੀ, ਪੌੜੀ ਕਿਉਂ ਕੱਟਿਆ? ਜੇ ਪੌੜੀ ਕੱਟਿਆ ਕਿਉਂ ਇਹਨਾਂ ਨੇ? ਤਾਂ ਕੱਟਿਆ, ਉਹ ਦੁਰਗਾ ਪਾਠ ਬਣਾਇਆ, ਸਭੇ ਪੌੜੀਆਂ ਨਾ। ਇਹਨਾਂ ਨੇ ਗੁਰੂਆਂ ਨਾਲ ਜੋੜਨੀ ਸੀ ਪੌੜੀ, ਪੌੜੀ ਕੱਟਦਾ ਇੱਥੋਂ। ਦੇਖੋ ਕਿੱਡੀ ਸਾਜ਼ਿਸ਼ ਹੈ। ਇੱਕ ਗਲਤੀ ਨੂੰ ਸੁਧਾਰਿਆ ਨਹੀਂ, ਗਲਤੀ ਨੂੰ ਸੁਧਾਰਨ ਦੀ ਬਜਾਏ ਪੌੜੀ ਉਹ ਕੱਟਦੀ ਵੀ ਇਹੀ ਕੁਝ ਰੱਖਣਾ। ਇਹਨਾਂ ਦੀ ਹਾਲਤ ਦੇਖ ਲਓ ਕੀ ਹੈ। ਪਤਾ ਲੱਗ ਗਿਆ ਉਲਟੇ ਰਾਹ ਜਾਂਦੇ। ਬੋਰਡ ਦੂਆ ਪੱਟ ਕੇ ਇੱਧਰ ਲਾਤਾ, ਉਹ ਰਾਹ ਦਾ ਬੋਰਡ ਲੱਗਿਆ ਸੀ ਨਾ, ਆ ਰਸਤਾ ਜਾਂਦਾ ਸੱਚਖੰਡ ਦਾ, ਉਹ ਝੂਠਖੰਡ ਦਾ। ਝੂਠਖੰਡ ਵਾਲਾ ਬੋਰਡ ਪੱਟ ਕੇ ਸੱਚਖੰਡ ਵਾਲੇ ਪਾਸੇ ਲਾਤਾ, ਝੂਠਖੰਡ ਵਾਲੇ ਪਾਸੇ ਸੱਚਖੰਡ ਦਾ ਬੋਰਡ ਲਾਤਾ। ਬਸ ਵੀ ਲੋਕਾਂ ਨੂੰ ਹੋਵੇ ਵੀ ਇਹੀ ਕੁਛ ਹੈ। ਇਹਦੇ ਨਾਲ ਕੀ ਹੋਣਾ ਸੀ ਫਿਰ? ਇਹਦੇ ਨਾਲ ਸਿੱਖੀ ਪ੍ਰਫੁੱਲਤ ਹੋਣੀ ਸੀ। ਉਹ ਤੋਂ ਛਾੜ ਤੋਂ ਬਾਅਦ ਸਿੱਖੀ ਨਿਘਾਰਵਲ ਦੇ ਪਾਸੇ ਨੂੰ ਜਾ ਰਹੀ ਹੈ। ਤਾਂ ਹੀ ਜਿਹੜੇ ਨਿਘਾਰਵਲ ਨੂੰ ਲੈ ਜਾ ਰਹੇ ਨੇ ਉਹ ਚਾਹੁੰਦੇ ਨਹੀਂ ਦੂਏ ਪਾਸੇ ਨੂੰ ਜਾਵੇ। ਜੇ ਦੂਏ ਪਾਸੇ ਨੂੰ ਚਲੇ ਗਏ ਉਹ ਲੀਡਰ ਨਹੀਂ ਰਹਿਣੇ। ਖਤਰਾ ਲੀਡਰੀ ਦਾ ਉਹਨਾਂ ਨੂੰ ਆਪਣੇ ਦਾ। ਪੌੜੀ ਕੱਟ ਦਿੱਤਾ, ਪੌੜੀ ਹੈ ਇਹ ਪੌੜੀਆਂ ਨੇ, ਸਭੇ ਪੌੜੀਆਂ। ਇਹ ਛੰਦ ਦਾ ਨਾਂ ਫਿਰ ਕੀ ਹੈ? ਛੰਦ ਦਾ ਨਾਂ ਨਹੀਂ ਕੋਈ ਲਿਖਿਆ, ਬਾਕੀ ਸਾਰੇ ਦੇ ਨਾਂ ਚੱਲਣਗੇ। ਫਿਰ ਇਹਦਾ ਨਾਂ ਦੱਸੋ ਕੀ ਹੈ? ਕੋਈ ਨਹੀਂ ਪਤਾ। ਹਾਂਜੀ, ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਦੇਖੋ ਉਹ ਕਹਿੰਦੇ ਨੇ ਸਭ ਤੋਂ ਪਹਿਲਾਂ ਮੈਂ ਭਗਉਤੀ ਸਿਮਰੀ ਹੈ। ਪ੍ਰਥਮ ਭਗਉਤੀ ਸਿਮਰ ਕੈ, ਪਹਿਲਾਂ ਮੈਂ ਸਭ ਤੋਂ ਭਗਉਤੀ ਸਿਮਰ ਲਈ, ਚੰਡੀ ਪ੍ਰਗਟ ਕਰ ਲਈ, ਗੁਰਮਤਿ ਪ੍ਰਗਟ ਕਰ ਲਈ, ਗੁਰਮਤਿ ਦੀ ਸਿੱਖਿਆ ਲੈ ਲਈ। ਕਿਹੜੀ ਗੁਰਮਤਿ, ਕਿਹੜੀ ਭਗਉਤੀ ਸਿਮਰੀ ਹੈ? ਗੁਰੂ ਨਾਨਕ ਲਈ ਤੇ ਆਏ। ਜਿਹੜੀ ਗੁਰੂ ਨਾਨਕ ਨੇ ਧਿਆਈ ਸੀ, ਪ੍ਰਗਟ ਕੀਤੀ, ਉਹੀ ਪ੍ਰਗਟ ਮੈਂ ਕਰੀ ਆਪਣੇ ਚ। ਉਹੀ ਸਿਮਰੀ ਹੈ ਮੈਂ ਵੀ। ਸਿਮਰ ਮਲਾਈ ਕਾਲਕਾ, ਮਨਾਈ ਕਾਲਕਾ, ਖੰਡੇ ਦੀ ਬੇਲਾ। ਖੰਡੇ ਦੀ ਧਾਰ, ਬੇਲਾ ਧਾਰ ਨੂੰ ਕਹਿੰਦੇ ਨੇ। ਉਹੀ ਗੁਰਮਤ ਮੈਂ ਜਿਹੜੀ ਸੀ ਨਾ ਭਗਉਤੀ ਭਗਤੀ ਭਗਵੰਤ ਕਾ ਰੰਗ। ਉਹੀ ਨਾਨਕ ਜਿਹੜੀ ਧਿਆਨ ਚ ਆਈ ਸੀ ਨਾ ਕਬੀਰ ਤੇ ਬਾਅਦ, ਭਗਤਾਂ ਦੇ ਬਾਅਦ, ਉਹੀ ਮੈਂ ਸਿਮਰੀ ਹੈ। ਮੈਂ ਸਿਮਰੀ ਹੈ, ਉਹਨੇ ਧਿਆਈ ਸੀ। ਫਰਕ ਹੈ ਦੋਹਾਂ ਚ। ਧਿਆਈ ਉਹਨੇ ਜਿਹਨੇ ਪ੍ਰਗਟ ਕੀਤੀ ਹੈ, ਮੈਂ ਪ੍ਰਗਟ ਕੀਤੀ ਹੋਈ। ਮੈਂ ਉਹ ਅੱਗ ਜਿਹੜੀ ਆਲਰੇਡੀ ਸੀ ਬਲਦੀ, ਉਹ ਚੋਂ ਲੈ ਕੇ ਆਪਣੇ ਅੰਦਰ ਚਾਨਣ ਕੀਤਾ। ਮੈਂ ਪ੍ਰਗਟ ਨਹੀਂ ਕੀਤੀ ਹੈ, ਪ੍ਰਗਟ ਉਹਨੇ ਕੀਤੀ ਸੀ। ਨਾਨਕ ਨੇ, ਕਬੀਰ ਨੇ ਪ੍ਰਗਟ ਕੀਤੀ, ਸੰਸਾਰ ਨੂੰ ਦੱਸੀ ਸੀ। ਕਬੀਰ ਦੀਨੀ ਸੰਸਾਰ ਕੋ, ਕਬੀਰ ਨੇ ਪ੍ਰਗਟ ਕੀਤੀ ਸੀ, ਧਿਆਈ ਸੀ ਪਹਿਲਾਂ। ਸਮਝੇ ਨਹੀਂ? ਪਹਿਲਾਂ ਨਾਨਕ ਦੇ ਧਿਆਨ ਚ ਆਈ ਸੀ ਵੀ ਗੱਲ ਕੀ ਹੈ। ਨਾਨਕ ਨੇ ਜਿਹੜੀ ਬੁੱਝੀ ਸੀ, ਧਿਆਈ ਤਾਂ ਉਹਨੇ ਬੁੱਝੀ ਸੀ। ਇਹ ਵਿਚਾਰਧਾਰਾ ਨਾਨਕ ਨੇ ਬੁੱਝੀ, ਭਗਤਾਂ ਦੀ ਬਾਣੀ ਸੀ ਨਾ ਉਹਨਾਂ ਕੋ। ਬੁੱਝ ਲਈ ਵੀ ਗੱਲ ਤਾਂ ਅਸਲ ਚਾਹ ਹੈ। ਲੋਕ ਫਿਰ ਉਲਟੇਰਾ ਪੈ ਗਏ ਸੀ। ਅੱਜ ਉਲਟੇਰਾ ਪਏ ਹੋਏ ਨੇ, ਅੱਜ ਨਹੀਂ ਪਏ ਹੋਏ। ਅੱਜ ਕੌਣ ਜਾਣਦਾ ਗੁਰਬਾਣੀ ਕੀ ਕਹਿੰਦੀ ਹੈ? ਕੋਈ ਨਹੀਂ ਜਾਣਦਾ। ਜੋ ਮਰਜੀ ਕਹੀ ਜਾਣ, ਕੋਈ ਨਹੀਂ ਜਾਣਦਾ ਗੁਰਬਾਣੀ ਕੀ ਕਹਿੰਦੀ ਹੈ। ਸਭ ਪਤਾ ਹੀ ਆਪਾਂ ਨੂੰ, ਕਿਸੇ ਨੂੰ ਨਹੀਂ ਪਤਾ ਗੁਰਬਾਣੀ ਬਾਰੇ ਕੀ ਕਹਿੰਦੀ ਹੈ। ਸਾਰੇ ਯੂਨੀਵਰਸਿਟੀਆਂ ਵਾਲੇ ਤਾਂ ਕਹਿ ਪਰ ਮੰਨ ਚੁੱਕੇ ਨੇ। ਸਾਡੇ ਕੋਲ ਡਿਕਸ਼ਨਰੀ ਹੈ ਨਹੀਂ, ਹੋਣੀ ਕਿਹਦੇ ਕੋਲ ਹੈ? ਸੰਤਾਂ ਦਾ ਵਿਸ਼ਾ ਹੀ ਹੈ ਨਹੀਂ। ਸਿੱਖਾਂ ਦਾ ਵਿਸ਼ਾ ਸੀ, ਸੰਤਾਂ ਦਾ ਵਿਸ਼ਾ ਹੀ ਗੁਰਬਾਣੀ ਹੈ ਨਹੀਂ। ਉਹਨਾਂ ਦਾ ਵਿਸ਼ਾ ਮਾੜਾ ਫੇਰਨਾ, ਮਾੜਾ ਫੇਰਨਾ, ਝੂਠ ਬੋਲਣਾ, ਬਲੈਕਮੇਲਿੰਗ ਕਰਨਾ। ਹਾਂਜੀ ਪਾ ਲਿਆ, ਹਾਂਜੀ ਪਾ ਲਿਆ, ਪਾ ਲਿਆ ਦੱਸੀਦਾ ਨਹੀਂ ਹੁੰਦਾ, ਇਹ ਬਲੈਕਮੇਲਿੰਗ। ਭਰਮ ਜਾਲ ਚ ਫਸਾਈ ਰੱਖਣਾ ਉਹਨਾਂ ਦਾ ਕੰਮ, ਪੇਸ਼ਾ ਹੀ ਹੈ ਸ਼ੁਰੂ ਤੋਂ। संत समूह अनेक मति के, सारे ही देश को देख बने मत को न देखे प्राणपति के।
ਸੰਤਾਂ ਦਾ ਪ੍ਰਾਣਪਤੀ ਦੀ ਮਤ ਪਹਿਲਾਂ ਦੀ ਹੈ ਨਹੀਂ। ਇਹ ਜਿਹੜੇ ਕਹਿੰਦੇ ਨੇ ਗੁਰਮਤਿ ਅਸੀਂ ਉਹ ਕਰਦੇ ਹਾਂ, ਗੁਰਮਤਿ ਇੱਕ ਵੀ ਸੰਤ ਜਾਣਦਾ ਹੋਵੇ, ਜਿੰਨੇ ਮਰਜ਼ੀ ਕਹੇ ਕਰੋੜ ਰੁਪਇਆ ਦੇ ਦਾਂਗੇ ਅਸੀਂ, ਗੁਰਮਤਿ ਦੱਸੇ ਕੀ ਇੱਕ ਵੀ ਸੰਤ ਹੋਵੇ ਦੱਸੇ, ਸਭ ਝੂਠੇ ਨੇ ਇਹ। ਉਹ ਗੁਰਮਤਿ ਦਾ ਤੁਹਾਨੂੰ ABC ਦਾ ਪਤਾ ਨਹੀਂ, ਗੱਲਾਂ ਕਰਦੇ ਕਿੜਕੜੀਆਂ। ਗੁਰਮਤਿ ਦਾ ਪ੍ਰਚਾਰ ਤੁਸੀਂ ਕਿਵੇਂ ਕਰ ਦੋਗੇ? ਜਿਆਦਾ ਜਿਆਦਾ ਕੇਸ ਰਖਾ ਦੋਗੇ, ਹੋਰ ਕੁਝ ਨਹੀਂ ਕਰ ਸਕਦੇ ਤੁਸੀਂ। ਕੇਸ ਰਖਾ ਤੇ ਦਸਤਾਰ ਮੁਕਾਬਲੇ ਕਰਾ ਲੈ, ਇਹ ਗੁਰਮਤਿ ਹੈ। ਇਹ ਤੋਂ ਜ਼ਿਆਦਾ ਕੀ ਹੈ? ਕਿਸੇ ਕੋਲ ਕੁਝ ਨਹੀਂ ਹੈ। ਇਹ ਪੈਸੇ ਦਿਓ ਜੀ, ਜਿਹੜਾ 5000 ਰੁਪਇਆ ਮਹੀਨਾ ਜਿਹੜਾ ਕੇਸ ਜਿਹਦੇ ਨਹੀਂ ਹੈ ਰੱਖ ਲਵੇ, ਐ ਸਿੱਖੀ ਫੈਲ ਜੂਗੀ। ਇਹਦਾ ਮਤਲਬ ਹੈ ਗੁਰਮਤਿ ਦਾ ਦਵਾੜਾ ਨਿਕਲ ਗਿਆ, ਇਹਨਾਂ ਦਾ ਦੇਣ ਨੂੰ ਕੁਝ ਨਹੀਂ ਹੈ। ਵਿਚਾਰਧਾਰਾ ਨਾਲ ਬਦਲਦਾ ਹੈ। ਬੁੱਧ ਨੇ ਕਿਹਨੂੰ ਪੈਸੇ ਦਿੱਤੇ ਸੀ? ਬੋਧੀ ਬਣਾ ਕੇ, ਬੋਧੀ ਬਣਾਈ ਦੁਨੀਆ, ਕਿਹਨੂੰ ਪੈਸੇ ਦਿੱਤੇ ਸੀ ਬੁੱਧ ਨੇ? ਈਸਾਈ ਨੇ ਈਸਾ ਧਰਮ ਚਲਾਇਆ, ਕਿਹਨੂੰ ਪੈਸੇ? ਤੇ ਪੈਸੇ ਵੰਡ ਕੇ ਚੱਲਦਾ ਹੁੰਦਾ ਧਰਮ। ਇਸਲਾਮ ਨੇ ਕਿਹਨੂੰ ਪੈਸੇ ਦਿੱਤੇ ਸੀ? ਮੁਹੰਮਦ ਨੇ ਪੈਸੇ ਦਿੱਤੇ ਸੀ ਲੋਕਾਂ ਨੂੰ ਵੀ ਇਸਲਾਮ ਨਾਲ ਜੁੜੋ। ਸਿੱਖੀ ਨਾਲ ਜੁੜਨ ਖਾਤਰ ਗੁਰੂਆਂ ਨੇ ਕਿਹਨੂੰ ਪੈਸੇ ਦਿੱਤੇ? ਸਮਝ ਸਿਰ ਲਾਏ ਸੀਗੇ। ਤੁਸੀਂ ਰੁਪਈਏ ਦਿੰਦੇ ਹੋ ਤੇ ਸਿਰ ਲੈ ਕੇ ਸਿੱਖੀ ਦਿੱਤੀ ਹੈ। ਤੁਹਾਡੇ ਹੀ ਸਿੱਖ ਨੇ ਫਿਰ ਉਹ ਪੈਸੇ ਵਾਲੇ, ਗੁਰੂ ਦੇ ਨਹੀਂ ਬਣਨਾ। ਪੈਸੇ ਲੈ ਕੇ ਜਿਹੜੇ ਸਿੱਖ ਬਣਨਗੇ ਤੁਹਾਡੇ ਬਣ ਜਾਣਗੇ, ਜਿਹੇ ਤੁਸੀਂ ਹੋ। ਇਦੋਂ ਵੀ ਖੋਟੇ। ਗੁਰੂ ਤਾਂ ਸਿਰ ਲੈ ਕੇ ਸਿੱਖੀ ਦਿੰਦਾ, ਤੁਸੀਂ ਪੈਸੇ ਦੇ ਕੇ ਸਿੱਖੀ ਕਹਿੰਦੇ ਹੋ। ਮੱਤ ਮਾਰੀ ਹੋਈ ਹੈ, ਹੋਰ ਕੀ ਹੈ? ਇਦੋਂ ਜ਼ਿਆਦਾ ਮੱਤ ਕੀ ਮਾਰ ਹੋਊਗੀ? ਇਦੋਂ ਜ਼ਿਆਦਾ ਮੱਤ ਕੀ ਮਾਰ ਹੋਊ? ਤੁਸੀਂ ਲੋਭੀ ਨੂੰ ਕਹਿੰਦੀ ਹੈ ਗੁਰਬਾਣੀ, ਵਸਾ ਨਾ ਕਰੋ। ਤੁਸੀਂ ਲੋਭ ਨਾਲ ਸਿੱਖ ਬਣਾ ਰਹੇ ਹੋ, ਲੋਭ ਦੇ ਕੇ। ਮੱਤ ਨਹੀਂ ਮਾਰੀ ਹੋਈ, ਹੋਰ ਕੀ ਮਾਰਿਆ ਹੈ ਇਹਨਾਂ ਦਾ? ਇਹਨਾਂ ਦੇ ਵੱਸ ਦੀ ਗੱਲ ਨਹੀਂ ਹੈ ਸਿੱਖੀ। ਮੈਦਾਨ ਛੱਡ ਕੇ ਭੱਜ ਜਾਣ। ਹਾਂਜੀ। ਪ੍ਰਥਮ ਭਗਉਤੀ ਸਿਮਰਕਾ ਗੁਰੂ ਨਾਨਕ ਲਈ ਤੇ ਆਏ। ਗੁਰੂ ਨਾਨਕ ਲਈ ਤੇ ਆਏ, ਜਿਹੜੀ ਗੁਰੂ ਨਾਨਕ ਦੇ ਧਿਆਨ ਚ ਆਈ ਸੀ ਉਹ ਭਗਉਤੀ ਹੈ। ਮਤ ਕੋਈ ਸੋਚਿਓ ਮੈਂ ਕਿਸੇ ਦੇਵੀ ਦੀ ਪੂਜਾ ਕਰਦਾ, ਮਤ ਕੋਈ ਸੋਚਿਓ ਕੋਈ ਹਿੰਦੂ ਮਤ ਦੀ ਦੇਵੀ ਦਾ ਮੈਂ ਉਪਾਸਕ ਹਾਂ। ਆਹ ਗੱਲ ਹੈ, ਪਹਿਲਾਂ ਹੀ ਕਹਿਤੀ। ਗੁਰੂ ਨਾਨਕ ਦੇ ਜਿਹੜੀ ਧਿਆਨ ਚ ਆਈ ਸੀ ਉਸੇ ਦਾ ਮੈਂ ਉਸੇ ਨੂੰ ਸਮਝਿਆ। ਮੈਂ ਵੀ ਦੂਜੀ ਨਹੀਂ ਹੈ ਕੋਈ। ਲੈਣੇ ਆ ਜਿਹੜੀ ਦੇਵੀ ਪੂਜਦਾ, ਜਿਹੜੀ ਨਾਨਕ ਨੇ ਪ੍ਰਗਟ ਕੀਤੀ ਸੀ ਉੱਥੇ ਰਹਿਣ ਚੱਲਿਆ ਸੀ ਨਾ ਦੇਵੀ ਦੇ। ਨਾਨਕ ਨੇ ਦਿਖਾਈ ਨਹੀਂ, ਦਰਸ਼ਨ ਕਰਾਏ। ਨਾਨਕ ਨੇ ਲੈਣੇ ਨੂੰ ਦਰਸ਼ਨ ਨਹੀਂ ਕਰਾਇਆ। ਦੇਵੀ ਦਾ ਗਿਆਨ ਖੜਕਦਾ, ਉਹ ਗਿਆਨ ਖੜਕਦਾ ਹੀ ਦਰਸ਼ਨ ਕਰਾਇਆ। ਮਤਪੁਰ ਆਤਮਦੇਵ ਦੀ ਖੜਕ ਜੋਰ ਪਰਾ ਕੋਈ ਚੀਜ਼ ਦੇ ਲੈਣੇ ਧਰੇ ਉਹਨੂੰ ਛੱਤ ਸਿਰ, ਉਹ ਲਿਖਿਆ ਦਾ ਹੈ ਸੱਤੇ ਬਲਵੰਡ ਨੇ। ਇਹੀ ਗਿਆਨ ਖੜਕਦਾ ਦਰਸ਼ਨ ਕਰਾਇਆ ਸੀ, ਇਹੀ ਦੇਵੀ ਹੁੰਦੀ ਹੈ। ਲੈਣਾ ਤਾਂ ਦੇਵੀ ਦੇ ਚੱਲਿਆ ਸੀ, ਗਿਆ ਕਿਉਂ ਨਹੀਂ? ਉਹਨੂੰ ਸਮਝਾਤਾ ਵੀ ਜਿਹੜੀ ਗੁਰਮਤਿ ਹੈ ਇਹੀ ਦੇਵੀ ਹੈ, ਇਹ ਗਿਆਨ ਖੜ ਕੇ ਦੇਵੀ ਹੁੰਦੀ ਹੈ। ਹਟ ਗਿਆ। ਫਿਰ ਕਦੋਂ ਗਿਆ ਉਹ? ਸੋ ਪਲਟ ਗਈ ਬੁੱਧੀ, ਨਾਨਕੇ ਬਣ ਗਿਆ। ਜਿਹਨੇ ਦੇਵੀ ਦਾ ਦਰਸ਼ਨ ਕਰ ਲਿਆ ਉਹ ਤਾਂ ਨਾਨਕੇ ਬਣ ਜਾਂਦਾ, ਭਗਤ ਬਣ ਜਾਂਦਾ। ਉਹ ਜਿਹਨੂੰ ਇਹ ਸਮਝ ਆ ਗਈ, ਇਹ ਮਾਰਦੇ ਨੇ ਗੱਲਾਂ ਅਲਪਟਲੀਆਂ ਵਿਦਵਾਨਾਂ ਨੂੰ ਕੀ ਸਮਝ ਆ ਵੀ ਕੀ ਗੱਲ ਹੈ। ਇਹਨਾਂ ਨੇ ਨਾਲ ਸਮਝ ਕੇ ਲੈਣਾ ਵੀ ਕੀ ਹੈ। ਤਨਖਾਹਦਾਰ ਨੇ ਤਾਂ ਢਿੱਡ ਵਾਸਤੇ, ਰੋਟੀਆਂ ਵਾਸਤੇ ਪੜ੍ਹਦੇ ਹੁੰਦੇ ਨੇ ਵੀ ਰੋਟੀ ਮਿਲੇ। ਯੂਨੀਵਰਸਿਟੀਆਂ ਤਨਖਾਹ ਮਿਲਦੀ ਹੈ। ਹਾਂਜੀ। ਗੁਰੂ ਨਾਨਕ ਲਈ ਤੇ ਗੁਰੂ ਨਾਨਕ ਦੇ ਧਿਆਨ 'ਚ ਜਿਹੜੀ ਆਈ ਸੀ ਉਸੇ ਦੀ ਗੱਲ ਕਰਦੇ ਹਾਂ ਅਸੀਂ, ਹੋਰ ਕਿਸੇ ਦੀ ਵੱਖਰੀ ਗੱਲ ਨਹੀਂ ਕਰਦੇ। ਚੱਲਿਆ ਲਈ ਹਾਂ, ਲਈ ਪੜ੍ਹਦੇ ਜਾਣ ਕੇ ਨੇ ਨਾ। ਗੁਰੂ ਨਾਨਕ ਨੂੰ ਧਿਆਈ, ਸਿੱਖ ਗੁਰੂ ਨਾਨਕ ਨੂੰ ਧਿਆਵੇ, ਪਰਮੇਸ਼ਰ ਨੂੰ ਛੱਡ ਦੇਵੇ। ਫਿਰ ਅੱਗੇ ਜੇ ਲਈ ਧਿਆਏ ਪੜ੍ਹੀਏ, ਅੱਗੇ ਅਗਲੀ ਪੰਕਤੀ ਦੇ ਵਿੱਚ ਹਟ ਜਾਵਾਂਗੇ ਜਾ ਕੇ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ, ਹੋਈ ਸਹਾਏ ਹੋਈ ਪੜੂ ਪਊ। ਫਿਰ ਤੂੰ ਗੁਰੂ ਨਾਨਕ ਨੂੰ ਧਿਆ ਕੇ ਅੰਗਦ ਅਮਰਦਾਸ ਰਾਮਦਾਸ ਦਾ ਸਹਾਈ ਹੋਈ, ਫਿਰ ਸਿੱਖ ਸਹਾਈ ਹੋਊਗਾ। ਫਿਰ ਐਂ ਪੜੂਗੀ। ਹੋਈ ਸਹਾਇ ਕਿਵੇਂ ਪੜ੍ਹਤਾ? ਫਿਰ ਹੋਈ ਸਹਾਇ ਪੜੂਗਾ। ਫਿਰ ਹੋਈ ਕਹਿੰਦੇ ਹੋ, ਪਹਿਲਾਂ ਲਈ ਕਹਿੰਦੇ ਹੋ, ਫਿਰ ਹੋਈ ਕਹਿੰਦੇ ਹੋ।
ਪੜ੍ਹ ਨਹੀਂ ਸਕਦੇ ਏਦਾਂ। ਐ ਕਿਵੇਂ ਪੜ੍ਹੋਗੇ? ਜੋ ਪ੍ਰਕਰਨ ਸ਼ੁਰੂ ਕਰਿਆ ਉਹਨੂੰ ਸਿਰੇ ਲਾਓ। ਘਰ ਦਾ ਰਾਜ ਹੈ ਇਹ ਤਾਂ ਬਸ ਏਦਾਂ ਹੀ ਹੈ। ਫਿਰ ਹੋਈ ਸਹਾਇ ਕਿਵੇਂ ਕਹਿਤਾ ਤੁਸੀਂ? ਜੇ ਹੋਈ ਸਹਾਇ ਕਹਿਤਾ ਫਿਰ ਪਹਿਲਾਂ ਵੀ ਲਈ ਤੇ ਆਏ ਹੋਊਗਾ। ਹੋਈ ਸਹਾਇ ਕੌਣ ਹੋਈ? ਦੁਰਗਾ ਹੋਈ। ਦੁਰਗਾ ਪਾਠ ਬਣਾਇਆ ਸਭੇ ਪੌੜੀ, ਇੱਥੋਂ ਦੁਰਗਾ ਦਾ ਪਾਠ ਹੋ ਗਿਆ ਨਾ। ਫਿਰ ਦੂਜੀ ਪੰਕਤੀ 'ਚ ਨਿਕਲ ਨਹੀਂ ਸਕਦੇ। ਦੂਜੀ ਪੰਕਤੀ ਨਹੀਂ ਦੱਸਦਾ ਇਹ ਗੱਲ ਕੀ ਹੈ। ਫਿਰ ਅੰਗਦ ਗੁਰਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਇ। ਅੰਗਦ ਅਮਰਦਾਸ ਰਾਮਦਾਸ ਦੀ ਸਹਾਈ ਵੀ ਇਹੀ ਹੋਈ। ਹੋਈ ਸਹਾਇ ਜਾਂ ਤਾਂ ਹੋਈ ਸਹਾਇ ਹੋਊ ਜਾਂ ਹੋਈ ਸਹਾਇ ਹੋਊ। ਜੇ ਹੋਈ ਸਹਾਇ ਤਾਂ ਆਦਮੀ ਸਿੱਖ ਹੈ ਜਿਹੜਾ ਉਹ ਸਹਾਈ ਹੋਵੇ। ਜੇ ਹੋਈ ਸਹਾਇ ਫਿਰ ਕੌਣ ਸਹਾਈ ਹੋਈ? ਜੇ ਹੋਈ ਸਹਾਇ ਫਿਰ ਕੌਣ ਸਹਾਈ ਹੋਈ? ਦੋਹਾਂ ਗੱਲਾਂ ਜੋ ਦੱਸੋ ਇੱਥੋਂ ਅਰਥ ਕਿਵੇਂ ਨਿਕਲੋਗੇ? ਨਿਕਲ ਕੇ ਦਿਖਾਓ ਇੱਥੋਂ। ਇਹ ਦੁਰਗਾ ਪਾਠ ਬਣਾਇਆ ਸਭੇ ਪੌੜੀਆਂ ਲਿਖ ਕੇ ਜਿੰਦਾ ਲਾ ਕੇ ਚਾਬੀ ਜੇਬ 'ਚ ਲੈ ਗਏ ਉਹ ਆਪਣੇ। ਨਿਕਲ ਕੇ ਨਿਕਲਣਗੇ ਇੱਥੋਂ। ਇਹਨਾਂ ਕੋਲ ਬੁੱਧੀ ਨਹੀਂ ਹੁੰਦੀ, ਬੁੱਧੀਹੀਨ ਹੁੰਦੇ ਨੇ ਵਿਦਵਾਨ। ਇੱਧਰ ਉੱਧਰ ਦੀਆਂ ਮਾਰਦੇ ਨੇ। ਵਿਵੇਕ ਬੁੱਧੀ ਘੇਰ ਕੇ ਖੜਾ ਕਰ ਦਿੰਦੀ ਹੈ। ਇੱਥੇ ਰੁਕੋ, ਕਿੱਧਰ ਨੂੰ ਜਾਣਾ ਤੂੰ ਭੱਜ ਕੇ? ਹੋਈ ਸਹਾਇ ਕੌਣ ਹੋਈ ਸਹਾਇ ਦੱਸੋ? ਉਹੀ ਸਹਾਇ ਹੋਈ ਭਗਉਤੀ। ਉਹ ਪ੍ਰਥਮ ਭਗਉਤੀ ਸਿਮਰ ਕਾ ਗੁਰੂ ਨਾਨਕ ਲਈ ਤੇ ਆਏ। ਜਿਹੜੀ ਗੁਰੂ ਨਾਨਕ ਨੇ ਤੇ ਆਈ ਸੀ ਉਹੀ ਇਹਨਾਂ ਤਿੰਨਾਂ ਦੀ ਸਹਾਈ ਹੋਈ। ਕਾਜ ਰਾਈ ਹੋਈ ਭਵ ਸਾਗਰ ਤਰਨ ਵਾਸਤੇ ਸਹਾਈ ਹੋਈ। ਮਨ ਜਿੱਤਣ ਵਾਸਤੇ ਸਹਾਈ ਹੋਈ। ਇਸੇ ਨਾਲ ਫਤਿਹ ਹੋਈ। ਫਤਿਹ ਭਾਈ ਮਨਜੀਤ। ਇੱਥੋਂ ਅਰਥ ਕਰਕੇ ਦਿਖਾ ਦੇਵੇ ਕੋਈ, ਇੱਥੋਂ ਨਿਕਲ ਜਾਵੇ ਕੋਈ, ਅਸੀਂ ਮੰਨ ਲਾਂਗੇ ਉਹਨੂੰ। ਸਾਰੀ ਗੱਲ ਬਦਲ ਗਈ। ਹੁਣ ਤੁਰ ਤੱਕ ਦੀ ਗੱਲ ਬਦਲ ਗਈ। ਰਾਮਦਾਸ ਹੈ ਹੋਈ ਅਰਜਨ ਹਰ ਗੋਬਿੰਦ ਨੋ ਹੋੜਾ ਨੰਨੇ ਨੂੰ ਨੂ ਨਹੀਂ ਹੈ। ਇਹ ਦੋਨੋਂ ਪੈਸੇ ਵਾਸਤੇ ਹੋੜਾ ਕਾਹਦੇ ਲਾਇਆ? ਅਰਜਨ ਹਰ ਗੋਬਿੰਦ ਨੋ ਸਿਮਰੋ ਕਨੌੜਾ ਸ੍ਰੀ ਹਰਿ ਰਾਏ। ਇਹਨਾਂ ਦੁਆਰਾ ਵੀ ਉਹੀ ਸਿਮਰੀ ਗਈ ਹੈ। ਸ੍ਰੀ ਹਰਿ ਕ੍ਰਿਸ਼ਨ ਧਿਆਈ ਐ। ਸ੍ਰੀ ਹਰਿ ਕ੍ਰਿਸ਼ਨ ਧਿਆਈ ਐ। ਸ੍ਰੀ ਹਰਿ ਕ੍ਰਿਸ਼ਨ ਨੇ ਵੀ ਧਿਆਈ ਹੈ। ਐ ਅੱਡਾ ਧਿਆਈ ਅੱਡ। ਜਿਵੇਂ ਸੁਣੀ ਐ ਸਿੱਧ ਪੀਰ ਸੁਰ ਨਾਥ। ਜੇ ਤਾਂ ਧਿਆਈਏ ਹੁੰਦਾ ਫਿਰ ਤਾਂ ਈੜੀ ਨੂੰ ਲਾਮ ਹੁੰਦੀ। ਇਹ ਤਾਂ ਆੜੇ ਤੇ ਦੋ ਲਾਮਾਂ ਨੇ। ਇਹ ਤਾਂ ਕੁਝ ਨਹੀਂ ਕਰ ਸਕਦੇ। ਇਹਨਾਂ ਨੇ ਤੋੜ ਮਰੋੜ ਕੀਤਾ ਪਰ ਕਾਹਨੂੰ ਕਰ ਸਕਦੇ ਨੇ? ਹੋ ਨਹੀਂ ਸਕਦਾ। ਧਿਆਈ ਐ। ਹਰ ਕਿਸੇ ਨੇ ਵੀ ਇਸੇ ਦਾ ਧਿਆਨ ਰੱਖਿਆ। ਇਹੀ ਧਿਆਈ ਹੈ। ਜਿਸ ਡਿਠੇ ਸਭ ਦੁੱਖ ਜਾਏ। ਜਿਸ ਡਿਠੇ ਕੀ ਨਾ ਡਿਠੇ? ਹਰ ਕਿਸੇ ਨੇ ਡਿਠੇ ਸਭ ਦੁੱਖ ਜਾਏ। ਉਹਨਾਂ ਦੇ ਵੀ ਸਭ ਦੁੱਖ ਦੂਰ ਹੋ ਗਏ। ਸੰਸਾਰੀ ਕੋਈ ਦੁੱਖ ਨਹੀਂ ਰਿਹਾ। ਸੁਖ ਸਾਗਰ ਦੇ ਵਿੱਚ ਨਿਵਾਸ ਹੋ ਗਿਆ। ਇੱਥੇ ਹੀ ਸੁਖ ਸਾਗਰ 'ਚ ਨਿਵਾਸ ਹੋ ਗਿਆ ਸੀ। ਕਹਿਣ ਦਾ ਮਤਲਬ ਹੈ ਜਿਹਦੇ ਕੋਲ ਵਿਵੇਕ ਬੁੱਧੀ ਹੁੰਦੀ ਹੈ ਇੱਥੇ ਹੀ ਸੁਖ ਸਾਗਰ 'ਚ ਨਿਵਾਸ ਹੋ ਜਾਂਦਾ। ਸਰੀਰ ਕਰਕੇ ਬੈਠਾ ਹੋਊ ਤੱਤੀ ਤਵੀ ਤੇ, ਮਨ ਕਰਕੇ ਨਹੀਂ ਬੈਠਾ ਸੀ। ਮਨ ਕਰਕੇ ਕਿਤੇ ਹੋਰ ਸੀ। ਸਰੀਰ ਹੋਊਗਾ, ਸਰੀਰ ਹੋਊਗਾ। ਸਰੀਰ ਦੀ ਗੱਲ ਸਰੀਰ ਨਾਲ ਹੈ, ਮਨ ਦੀ ਗੱਲ ਮਨ ਨਾਲ ਹੈ। ਜਾਂ ਸਰੀਰ ਦੀ ਖੁਰਾਕ ਅੱਡ ਹੈ, ਸਰੀਰ ਦੀ ਤਕਲੀਫ ਵੀ ਅੱਡ ਹੈ। ਜੋ ਸਰੀਰ ਦਾ ਸੁੱਖ ਅੱਡ ਹੈ ਮਨ ਨਾਲ, ਤੇ ਦੁੱਖ ਵੀ ਅੱਡ ਹੈ ਉਹਦਾ। ਸਰੀਰ ਦਾ ਦੁੱਖ ਅਲੱਗ ਚੀਜ਼ ਹੈ, ਮਨ ਦਾ ਦੁੱਖ ਸੁੱਖ ਅਲੱਗ ਚੀਜ਼ ਹੈ। ਤੇਗ ਬਹਾਦਰ ਸਿਮਰੀ ਐ ਕਰ ਨੌ ਨਿਤ ਆਵੈ ਧਾਏ। ਤੇਗ ਬਹਾਦਰ ਨੇ ਵੀ ਸਿਮਰੀ ਹੈ। ਤੇਗ ਬਹਾਦਰ ਸਿਮਰੀ ਐ। ਤੇ ਦੇਖੋ ਆਪਣਾ ਤਾਂ ਉਹਨੇ ਪਹਿਲਾਂ ਕਹਿਤਾ ਫਿਰ ਤੁਮ ਭਗਉਤੀ ਸਿਮਰ ਕਾ। ਤੇਗ ਬਹਾਦਰ ਤਾਂ ਕੀ ਕਹਿਣਾ ਸੀ ਨਾ। ਤੇਗ ਬਹਾਦਰ ਨੇ ਵੀ ਇਹੀ ਸਿਮਰੀ ਹੈ। ਕਰਨਾ ਉਹਨੇ ਦਾ ਆਵਾ ਤਾਏ। ਉਹਨਾਂ ਦੇ ਅੰਦਰ ਨੌ ਨਿਧੀਆਂ, ਨਵਾਂ ਗਿਆਨ ਦਾ ਖਜ਼ਾਨਾ, ਗੁਰਮਤਿ ਦਾ ਖਜ਼ਾਨਾ ਉਹਨਾਂ ਦੇ ਅੰਦਰ ਵੀ ਪ੍ਰਗਟ ਹੋ ਗਿਆ। ਸਭ ਥਾਈ ਹੋਏ ਸਹਾਇ। ਇਹ ਸਾਰਿਆਂ ਵਾਸਤੇ ਆ ਗਿਆ। ਸਭ ਥਾਈ ਸਭਨਾਂ ਦੀ ਇਹੀ ਸਹਾਇ ਹੋਈ। ਸਭ ਥਾਈ ਹਿੰਦੁਸਤਾਨ 'ਚ ਨਹੀਂ, ਜਿੱਥੇ ਵੀ ਕੋਈ ਹੋਵੇ। ਇੱਥੇ ਉੱਥੇ ਦੇਖੋ, ਇੱਥੇ ਉੱਥੇ ਪਰ ਕਿਤੇ ਵੀ ਹਿੰਦੁਸਤਾਨ 'ਚ
ਇਹ ਧਰਤੀ ਦੇ ਉੱਤੇ, ਧਰਤੀ ਦੇ ਕਿਤੇ ਵੀ ਸਭ ਤੇ ਤਿੰਨਾਂ ਲੋਕਾਂ 'ਚ ਕਿਤੇ ਵੀ ਇਹੀ ਸਾਈ ਹੁੰਦੀ।